ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਰਸ਼ੋਤਮੰ ਪਰਮ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨਾ ਧਾਰ ਪਰ ਧਾਰ ਕਰ ਮਾਥ। ਸ੍ਰੀ ਨਾਨਕ ਪਾਦ ਪੰਕਜ ਬੰਦਨਾ ਪੰਕਜ ਬੰਦਨਾ। ਸਿਮਰੋ ਅੰਗਦ ਦੋਖ ਨਿਕੰਦਨਾ। ਅਮਰਦਾਸ ਗੁਰ ਹਿਰਦੈ ਧਿਆਵੋ ਜੀ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਸ੍ਰੀ ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰਿਓ ਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਆਰਾ। ਖਾਨ ਪਾਨ ਕਰ ਸਤਿਗੁਰੂ ਸਠ ਪਰਯੰਕ ਪਰਸੈਨਾ। ਸੁਖ ਸੋ ਸਕਲ ਬਿਤਾਈ ਕੈ ਉੱਠੀ ਮਿਟੀ ਜਬ ਰਹਿਣਾ।
ਖਾਨ ਪਾਨ ਕਰ ਸਤਿਗੁਰੂ ਸਠ ਪਰਿਅੰਕ ਪਰਸੈਨਾ ਸੁਖ ਸੋ ਸਕਲ ਬਿਤਾਈ ਕੈ ਉਠੀ ਮਿਟੀ ਜਬ ਰੈਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦਇਆ ਰਹਿਮਤ ਦਾ ਸਦਕਾ ਸੰਧਿਆ ਸਮੇਂ ਦੇ ਸੁੰਦਰ ਦੀਵਾਨ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਟਾਹਲਾ ਸਾਹਿਬ ਜੀ ਵਿਖੇ ਚਵਰ ਛਤਰ ਤਖਤਾਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਨਿੱਘੀ ਹਜ਼ੂਰੀ ਅੰਦਰ ਸਜੇ ਹਨ। ਸੁਭਾਗ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ ਗੁਰੂ ਕੀ ਨਿੱਘੀ ਗੋਦ ਅੰਦਰ ਸਜ ਬੈਠਣ ਦਾ। ਔਰ ਸਤਿਗੁਰੂ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਬਹੁਤ ਸੁੰਦਰ ਪ੍ਰਸੰਗ ਜਿਹੜੇ ਅਸੀਂ ਲੜੀਵਾਰ ਸਰਵਣ ਕਰਦੇ ਆ ਰਹੇ ਹਾਂ। ਬਾਲ ਸਤਿਗੁਰੂ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ੍ਰੀ ਅਨੰਦ ਵਾਹਿਗੁਰੂ ਸ੍ਰੀ ਪਟਨਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਟਨਾ ਸ਼ਹਿਰ ਵਿਖੇ ਭਾਵ ਲਿਓ ਤਹੀ ਪ੍ਰਕਾਸ਼ ਹਮਾਰਾ ਪਇਓ। ਕਲਗੀਧਰ ਪਾਤਸ਼ਾਹ ਨੇ ਬਚਿੱਤਰ ਨਾਟਕ ਵਿੱਚ ਆਪਣੀ ਕਲਮ ਤੋਂ ਆਪ ਮਹਾਰਾਜ ਜੀ ਨੇ ਲਿਖਿਆ ਕਿ ਪਟਨਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸਾਡਾ ਪ੍ਰਕਾਸ਼ ਹੋਇਆ। ਇੱਥੇ ਬਾਲ ਚੋਜ ਮਹਾਰਾਜ ਜੀ ਨੇ ਕੀਤੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਜਾ ਜੈ ਸਿੰਘ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਸ਼ਾਮ ਦੇਸ਼ ਨੂੰ ਜਦ ਪਟਨਾ ਸਾਹਿਬ ਤੋਂ ਅੱਗੇ ਚਲੇ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਬਾਅਦ ਵਿੱਚ ਹੁੰਦਾ ਹੈ ਔਰ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਧਰਤੀ ਤੇ ਮਾਤਾ ਨਾਨਕੀ ਜੀ ਦਾ, ਮਾਤਾ ਗੁਜਰ ਕੌਰ ਜੀ ਦਾ ਔਰ ਬੇਅੰਤ ਸਿੱਖਾਂ ਦਾ ਆਸਣ ਲਵਾਇਆ ਹੈ, ਜਿੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਲ ਸਰਾਏ ਜੋਹਰੀ ਨੂੰ ਤਾਰਿਆ ਸੀ ਤੇ ਉਸੇ ਦੀ ਹਵੇਲੀ ਸੀ। ਇਸ ਹਵੇਲੀ ਵਿੱਚ ਧੰਨ ਗੁਰੂ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਲ ਚੋਜ ਆਰੰਭ ਹੋਏ। ਕਲਗੀਧਰ ਪਾਤਸ਼ਾਹ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ 6 ਮਹੀਨਿਆਂ ਬਾਅਦ ਵਾਪਸ ਆਏ। ਬਾਲ ਦੇ ਦਰਸ਼ਨ ਕੀਤੇ ਤੇ ਪੰਜਾਬ ਨੂੰ ਆ ਗਏ। ਸ੍ਰੀ ਅਨੰਦਪੁਰ ਸਾਹਿਬ ਜਿੱਥੇ ਨਗਰ ਵਸਿਆ, ਇੱਥੇ ਮਹਾਰਾਜ ਨੇ ਮੋੜੀ ਗੱਡੀ ਨਗਰ ਦਾ ਨਾਮ ਮਾਖੋਵਾਲ ਰੱਖਿਆ। ਫਿਰ ਇਸੇ ਨਗਰ ਦਾ ਨਾਮ ਮਾਤਾ ਨਾਨਕੀ ਜੀ ਦੇ ਨਾਮ ਤੇ ਚੱਕ ਮਾਤਾ ਨਾਨਕੀ ਜੀ ਪਿਆ ਔਰ ਇਸ ਧਰਤੀ ਨੂੰ ਮਹਾਰਾਜ ਲੱਗੇ ਅਨੰਦਪੁਰ ਜੀ ਨੂੰ ਆਬਾਦ ਕਰਨ। ਦੂਸਰੇ ਪਾਸੇ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਪਟਨੇ ਦੀਆਂ ਸੰਗਤਾਂ ਨੂੰ ਤਾਰਦੇ ਆ। ਰੋਜ਼ ਅੰਮ੍ਰਿਤ ਵੇਲੇ ਦੀਵਾਨ ਸਜਦੇ ਆ। ਬੇਅੰਤ ਸਿੱਖ ਸੰਗਤਾਂ ਅੱਗੇ ਜੁੜਦੀਆਂ। ਬਾਲ ਸਤਿਗੁਰੂ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਸੰਗਤਾਂ ਤਾਈਂ ਦਰਸ਼ਨ ਦਿਦਾਰ ਬਖਸ਼ ਕੇ ਨਿਹਾਲ ਕਿਰਤਾਰਥ ਕਰਦੇ ਹਨ। ਕੱਲ ਦੇ ਦੀਵਾਨਾਂ 'ਚ ਅਸੀਂ ਪ੍ਰਸੰਗ ਸਰਵਣ ਕਰ ਰਹੇ ਸਾਂ ਕਿ ਬਾਲ ਚੋਜ ਕਰਦੇ ਸਤਿਗੁਰੂ ਮਹਾਰਾਜ ਜੀ ਮਾਮਾ ਕਿਰਪਾਲ ਚੰਦ ਜੀ ਨੂੰ ਨਾਲ ਲੈ ਕੇ ਬਹੁਤ ਸਾਰੇ ਮਾਤਾ ਹੋਰ ਬਾਲਕਾਂ ਨੂੰ ਨਾਲ ਲੈ ਕਰਕੇ ਪਹਿਲਾਂ ਮਾਤਾ ਜੀ ਤੋਂ ਆਗਿਆ ਲਈ ਵੱਡੇ ਮਾਤਾ ਨਾਨਕੀ ਜੀ ਕੋਲ, ਫਿਰ ਇਸੇ ਪ੍ਰਕਾਰ ਮਾਤਾ ਗੁਜਰ ਕੌਰ ਜੀ ਕੋਲੋਂ ਆਗਿਆ ਲਈ।
ਫਿਰ ਮਾਮਾ ਕਿਰਪਾਲ ਚੰਦ ਜੀ ਨੂੰ ਨਾਲ ਲਿਆ, ਬਹੁਤ ਸਾਰੇ ਬਾਲਕ ਨਾਲ ਲਏ। ਮਹਾਰਾਜ ਨਦੀ ਤੇ ਗਏ ਆ, ਬੇੜੀ 'ਚ ਸਵਾਰ ਹੋਏ ਆ, ਬੜੇ ਬੇਅੰਤ ਕੌਤਕ ਕੀਤੇ। ਫਿਰ ਇੱਕ ਮਾਈ ਦੇ ਘਰ ਆਏ, ਉਹਦੇ ਭਾਂਡੇ ਖਿਲਾਰ ਦਿੱਤੇ। ਮਾਤਾ ਨੇ ਮਾਤਾ ਗੁਜਰ ਕੌਰ ਜੀ ਕੋਲ ਸ਼ਿਕਾਇਤ ਕੀਤੀ ਕਿ ਤੁਹਾਡੇ ਲਾਡਲੇ ਨੇ ਅੱਜ ਆ ਕੇ ਘਰ ਵਿੱਚ ਬਾਲਕਾਂ ਨੂੰ ਨਾਲ ਲੈ ਕੇ ਬਰਤਨ ਹੀ ਖਿਲਾਰ। ਮਾਤਾ ਗੁਜਰ ਕੌਰ ਜੀ ਨੇ ਕੋਲ ਬੁਲਾਇਆ ਲਾਲ ਨੂੰ ਤੇ ਗੋਬਿੰਦ ਰਾਏ ਜੀ ਨੂੰ, ਕਿਉਂਕਿ ਪਹਿਲਾ ਨਾਮ ਗੋਬਿੰਦ ਰਾਏ ਸੀ। ਫਿਰ ਜਦ ਖੰਡੇ ਬਾਟੇ ਦੀ ਪੌਲ ਛਕਾ ਕੇ ਪੰਜਾਂ ਨੂੰ ਸਾਜਿਆ ਤੇ ਨਾਮ ਦਇਆ ਰਾਮ ਤੋਂ ਦਇਆ ਸਿੰਘ, ਧਰਮ ਚੰਦ ਤੋਂ ਧਰਮ ਸਿੰਘ ਰੱਖੇ। ਭਾਈ ਹਿੰਮਤ ਰਾਏ ਤੋਂ ਹਿੰਮਤ ਸਿੰਘ, ਮੋਹਕਮ ਚੰਦ ਤੋਂ ਮੋਹਕਮ ਸਿੰਘ। ਖੰਡੇ ਦੀ ਪੌਲ ਦੇ ਕੇ ਸਾਹਿਬ ਰਾਏ ਤੋਂ ਸਾਹਿਬ ਸਿੰਘ ਤੇ ਫਿਰ ਪੰਜਾਂ ਅੱਗੇ ਆਪ ਖੜੇ ਹੋ ਕੇ ਹੱਥ ਜੋੜ ਕੇ ਬੇਨਤੀ ਕੀਤੀ, ਖਾਲਸਾ ਜੀ ਮੈਨੂੰ ਵੀ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਬਖਸ਼ੋ। ਉਸ ਵੇਲੇ ਖੰਡੇ ਦੀ ਪੌਲ ਲੈ ਕੇ ਜਿਵੇਂ ਆਪ ਪੰਜਾਂ ਦੇ ਨਾਮ ਰੱਖੇ ਸੀ, ਫਿਰ ਪੰਜਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਵੀ ਨਾਮ ਬਖਸ਼ੋ। ਉਸ ਵੇਲੇ ਗੋਬਿੰਦ ਸਿੰਘ ਨਾਮ ਜਿਹੜਾ ਸੀ, ਸਿੰਘ ਨਾਮ ਖੰਡੇ ਦੀ ਪੌਲ ਲੈਣ ਤੋਂ ਬਾਅਦ ਬਖਸ਼ਿਸ਼ ਹੋਇਆ। ਪਹਿਲਾਂ ਗੋਬਿੰਦ ਨਾਮ ਗੋਬਿੰਦ ਰਾਏ ਨਾਮ ਸੀ, ਇਸ ਕਰਕੇ ਅਰਜ਼ ਕੀਤੀ ਕਿ ਗੋਬਿੰਦ ਰਾਏ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਨੂੰ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ, ਲਾਲ ਜੀ ਇਹ ਕੀ ਕੀਤਾ ਤੁਸਾਂ? ਮਾਤਾ ਸ਼ਿਕਾਇਤ ਕਰਦੀ ਹੈ। ਗੋਬਿੰਦ ਰਾਏ ਲਾਲ ਜੀ ਕਹਿਣ ਲੱਗੇ ਸੀ ਤੇ ਇਹਦਾ ਭਲਾ ਕਰਨ ਗਏ ਸਾਂ, ਤੇ ਭਲਾ ਹੀ ਨਹੀਂ ਕਰਾਉਣਾ ਚਾਹੁੰਦੇ। ਫਿਰ ਅਨੇਕਾਂ ਬਖਸ਼ਿਸ਼ਾਂ ਵੀ ਵੰਡੀਆਂ। ਇਹ ਪ੍ਰਸੰਗ ਅਸੀਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕੀਤਾ। ਰਾਤ ਨੂੰ ਸਾਹਿਬ ਕਿਰਪਾਲੂ ਗ੍ਰਹਿ ਵਿਖੇ ਆ ਗਏ ਆ, ਤੇ ਜਿਵੇਂ ਰਾਤ ਦੇ ਸਮੇਂ ਤੋਂ ਸਤਿਗੁਰੂ ਜੀ ਪਲੰਗ ਉੱਤੇ ਆਰਾਮ ਕਰਦੇ ਆ ਤੇ ਸਵੇਰੇ ਉੱਠ ਕੇ ਕੌਤਕ ਕਰਦੇ ਆ। ਆਓ ਪਿਆਰ ਨਾਲ ਪ੍ਰਸੰਗ ਸਰਵਣ ਕਰੀਏ। ਸਾਰੀ ਸੰਗਤ ਪਿਆਰ ਤੇ ਸ਼ਰਧਾ ਨਾਲ ਸੀਸ ਝੁਕਾ ਕੇ ਉਚਾਰਨ ਕਰੋ, ਭਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਹਰਾ ਖਾਣ ਪਾਣ ਕਰ ਸਤਿਗੁਰੂ, ਸੋਠ ਪਰੇ ਅੰਕ ਪਰ ਸੈਣ। ਸੋ ਪ੍ਰਸ਼ਾਦ ਪਾਣੀ ਛਕਿਆ, ਰਾਤ ਦਾ ਸਮਾਂ ਸੀ, ਤਾਂ ਫਿਰ ਸੁੰਦਰ ਪ੍ਰਸ਼ਾਦਾ ਛਕ ਕੇ ਤੇ ਸੋਹਣੇ ਸੁਰਠ ਨਾਮ ਹੁੰਦਾ ਸੁੰਦਰ ਦਾ। ਸੁੰਦਰ ਪਲੰਗ ਉੱਤੇ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਰਾਏ ਜੀ ਨੇ ਸੈਨ ਦਾ ਭਾਵ ਹੈ ਸੌਣਾ, ਆਰਾਮ ਕਰਨ ਵਾਸਤੇ ਪਲੰਗ ਉੱਤੇ ਪੌੜ ਗਏ ਹਨ। ਸੁਖ ਸੋ ਸਕਲ ਬਿਤਾਈ ਕੈ, ਉੱਠੀ ਮਿਟੀ ਜਾਬ ਰੈਣ। ਸੁਖ ਨਾਲ ਸਾਹਿਬ ਕਿਰਪਾਲੂ ਗੋਬਿੰਦ ਰਾਏ ਜੀ ਨੇ ਰਾਤ ਬਤੀਤ ਕੀਤੀ। ਉੱਠੇ ਮਿਟੀ ਜਬ ਰੈਣ, ਜਦੋਂ ਰਾਤ ਦਾ ਸਮਾਂ ਬਤੀਤ ਹੋ ਗਿਆ, ਅੰਮ੍ਰਿਤ ਵੇਲਾ ਹੋਇਆ, ਸਾਹਿਬ ਕਿਰਪਾਲੂ ਜੀ ਸਵਾ ਪਹਿਰ ਰਾਤ ਰਹਿੰਦੀ ਤੋਂ ਅੰਮ੍ਰਿਤ ਵੇਲੇ ਉੱਠੇ ਹਨ। ਸਵਈਆ ਸੋਚ ਸਨਾਨ ਜਥਾ ਰਪ ਕੀਨਸ, ਬਾਲਕ ਸਾਹਣ ਕੀਪਨ ਆਈ। ਸੋ ਸਤਿਗੁਰੂ ਮਹਾਰਾਜ ਜੀ ਨੇ ਯਥਾਰਥ ਦਾ ਅਰਥ ਹੁੰਦਾ ਜਿਵੇਂ ਰੋਜ਼, ਹਰ ਰੋਜ਼ ਦੀ ਤਰ੍ਹਾਂ। ਸੌਚ ਇਸ਼ਨਾਨ ਦਾ ਅਰਥ ਹੈ ਕਿਰਿਆ ਸੋਧ ਕੇ ਇਸ਼ਨਾਨ ਕਰਨ। ਮਹਾਰਾਜ ਨੇ ਕਿਰਿਆ ਸੋਧ ਕੇ ਇਸ਼ਨਾਨ ਕੀਤਾ ਤੇ ਇੰਨੇ ਚਿਰ ਨੂੰ ਜਿਹੜੇ ਬਾਲਕ ਸੀ ਸ਼ਾਹਾਂ ਦੇ, ਸ਼ਾਹੂਕਾਰਾਂ ਦੇ, ਮਹਾਰਾਜ ਦੇ ਚਰਨਾਂ ਦੇ ਪ੍ਰੀਤਵਾਨ ਬਣ ਗਏ ਸਨ। ਉਹ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਆਏ, ਫਿਰ ਮਨ ਭਾਉਂਦੇ ਭੋਜਨ ਪ੍ਰਸ਼ਾਦ ਛਕੇ ਆ, ਆਪਸ ਵਿੱਚ ਖੇਲ ਮਚਾਏ ਹਨ। ਮੈਂ ਮਨ ਭਾਵਤ ਪੂਜਨ ਕੂ ਮਿਲ, ਆਪਸ ਮੈਂ ਸਭ ਖੇਲ ਮਚਾਏ। ਕਹਿ ਮਨ ਭਾਵਤ ਭੋਜਨ ਕੋ, ਕਹਿ ਦਾ ਅਰਥ ਹੁੰਦਾ ਛਕਿਆ, ਕੀਤਾ ਭੋਜਨ ਛਕ ਲਿਆ। ਕਿਹੜਾ ਭੋਜਨ ਛਕਿਆ? ਜਿਹੜਾ ਮਨ ਨੂੰ ਭਾਉਂਦਾ, ਚੰਗਾ ਲੱਗਦਾ ਸੀ, ਸ਼ੋਭਨੀਕ ਭੋਜਨ। ਸਾਹਿਬ ਕਿਰਪਾਲੂ ਗੁਰੂ ਗੋਬਿੰਦ ਰਾਏ ਜੀ ਨੇ ਭੋਜਨ ਛਕਿਆ ਜਿਹੜਾ ਮਨ ਨੂੰ ਭਾਉਣ ਵਾਲਾ ਉੱਤਮ ਭੋਜਨ, ਸ੍ਰਿਸ਼ਟ ਭੋਜਨ, ਪੰਚਾਮ੍ਰਿਤ ਕੜਾਹ ਪ੍ਰਸ਼ਾਦ। ਫਿਰ ਸੁੰਦਰ ਜਿਹੜੇ ਪਕਵਾਨ ਮਾਤਾ ਨਾਨਕੀ ਜੀ ਨੇ, ਮਾਤਾ ਗੁਜਰ ਕੌਰ ਜੀ ਨੇ ਤਿਆਰ ਕੀਤੇ, ਉਹ ਸਾਰੇ ਭੋਜਨ ਜਿਹੜੇ ਪਦਾਰਥ ਬੜੇ ਸ਼ੋਭਨੀਕ ਸਨ, ਜਿਹੜੇ ਮਨ ਨੂੰ ਭਾਉਂਦੇ ਬੜੇ ਚੰਗੇ ਲੱਗਦੇ ਸਨ।
ਉਹ ਸੁੰਦਰ ਭੋਜਨ ਛਕੇ ਆ। ਫਿਰ ਸਾਰੇ ਬਾਲਕਾਂ ਨਾਲ ਮਿਲ ਕੇ ਉੱਤਮ ਖੇਡਾਂ ਜੋ ਮਹਾਰਾਜ ਜੀ ਇਸ ਅਨੰਦਪੁਰ ਸਾਹਿਬ ਦੀ ਧਰਤੀ 'ਤੇ 2 ਟੋਲੇ ਬਣਾ ਲਿਆ ਕਰਦੇ ਸਨ ਅਤੇ 2 ਟੋਲਿਆਂ ਵਿੱਚ ਆਪਸੀ ਜੰਗ ਹੋਇਆ ਕਰਦਾ ਸੀ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਇਹ ਜਿਹੜਾ ਉੱਤਮ ਖੇਲ ਸੀਗਾ ਜੰਗ ਦਾ, ਜੰਗ ਦੇ ਕਰਤੱਵ ਸਿੱਖਣ ਦਾ ਔਰ ਬਾਲਕਾਂ ਦੇ ਵਿੱਚ ਬਲ ਭਰਨ ਦਾ, ਇਹ ਸੋਹਣਾ ਜਿਹੜਾ ਕੌਤਕ ਸੀਗਾ ਇਹ ਖੇਲ ਰੂਪ ਵਿੱਚ ਬਾਲ ਅਵਸਥਾ ਵਿੱਚ ਕੀਤਾ ਹੈ। ਸੋ ਇਸ ਤਰ੍ਹਾਂ ਖੇਡ ਮਚਾਉਣ ਤੋਂ ਭਾਵ ਹੈ ਵੀ ਜੰਗ ਮਚਾਇਆ ਹੈ। ਏਕ ਤੋ ਸਚ ਬਾਕ ਕਹਿਓ ਤਸ ਸ੍ਰੀ ਗੁਰੂ ਜੀ ਸਲਤਾ ਸਮਦਾਏ। ਏਕ ਹੁਤੋ ਸਿਸ ਬਾਕ ਕਹਿਓ। ਇੱਕ ਸੀਗਾ ਛੋਟਾ ਬਾਲਕ, ਉਹਨੇ ਸਤਿਗੁਰੂ ਗੋਬਿੰਦ ਰਾਏ ਜੀ ਦੇ ਅੱਗੇ ਹੱਥ ਜੋੜੇ ਤੇ ਬੇਨਤੀ ਕੀਤੀ, ਬਚਨ ਕੀਤਾ ਇੱਕ ਬੇਨਤੀ ਰੂਪ ਵਿੱਚ। ਸੋ ਬਾਕ ਤੋਂ ਭਾਵ ਹੈ ਕਿ ਬੋਲਿਆ ਮੁਖ ਤੋਂ ਤੇ ਬੇਨਤੀ ਕੀਤੀ, ਸ੍ਰੀ ਗੁਰੂ ਜੀ, ਇਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ, ਸਲਤਾ ਸਮੁਦਾਇ ਮਹਾਰਾਜ, ਜਿੱਥੇ 3 ਨਦੀਆਂ ਦਾ ਸੰਗਮ ਹੈ ਤੇ ਬੜਾ ਭਾਰੀ ਜਲ ਵਹਿੰਦਾ ਹੈ। ਆਪਣੇ ਧਾਮ ਕੀ ਕੀਨ ਤਰੀ ਅਬੇ ਲਾਖ ਜਸਾ ਵਿਚਰੀ ਸਭ ਥਾਈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ, ਮੇਰੇ ਪਿਤਾ ਜੀ ਦੇ ਮਨ ਦੀ ਬਲਾਖਾ ਇੱਛਾ, ਅਸੀਂ ਆਪਣੇ ਘਰ ਇੱਕ ਸੋਹਣੀ ਬੇੜੀ ਤਿਆਰ ਕੀਤੀ ਹੈ ਜੋ ਆਉਣ ਵਾਲੇ ਰਾਹੀਆਂ ਨੂੰ ਇੱਧਰ ਉੱਧਰ ਦਰਿਆ ਤੋਂ, ਨਦੀ ਤੋਂ ਪਾਰ ਕਰਨ ਵਾਸਤੇ। ਤੇ ਹੁਣ ਮੇਰੇ ਪਿਤਾ ਦੀ ਇਹ ਬਲਾਖਾ ਇੱਛਾ ਹੈ ਕਿ ਕਿਰਪਾ ਕਰਨ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮੇਰੀ ਬੇੜੀ ਵਿੱਚ ਆਪਣੇ ਪਵਿੱਤਰ ਚਰਨ ਪਾਉਣ, ਗਾਉਣ ਕਰਨ ਤੋਂ ਭਾਵ ਕਿ ਬੇੜੀ ਦੇ ਵਿੱਚ ਸਫ਼ਰ ਕਰਨ, ਦਰਿਆਵਨ ਥਾਂ ਜਿੱਥੇ ਸੋਹਣੀਆਂ ਨਦੀਆਂ ਵਹਿੰਦੀਆਂ, ਨਦੀਆਂ ਦਾ ਜਲ ਵਗਦਾ ਹੈ। ਮੋਹ ਪਤ ਭੀ ਚਾਹੇ ਕੇ ਸੋ ਭਣਿਓ ਪਦ ਪੰਕਜ ਆਪਨ ਦੇਉ ਸੁਹਾਏ। ਸੋ ਮੇਰੇ ਪਿਤਾ ਨੇ ਬੇਨਤੀ ਕੀਤੀ, ਮੋਹ ਪਿਤ ਪੀ ਚਾਹੇ, ਮੇਰਾ ਪਿਤਾ ਵੀ ਚਾਹੁੰਦਾ ਸੋ ਭਣਿਓ ਬੇਨਤੀ ਕਰਦੇ ਹਨ ਮੇਰੇ ਪਿਤਾ ਜੀ। ਮੈਂ ਉਹਨਾਂ ਦੇ ਪਰਥਾਓ ਵੀ ਬੇਨਤੀ ਕਰਦਾ ਹਾਂ ਕਿ ਆਪਣੇ ਪਦ ਪੰਕਜ ਪਵਿੱਤਰ ਚਰਨ ਜਿਹੜੇ ਹਨ ਸੋ ਦੇਹੋ ਸੁਹਾਏ, ਸਾਡੀ ਬੇੜੀ ਵਿੱਚ ਪਾ ਦਿਓ, ਭਾ ਬੇੜੀ ਨੂੰ ਸੁਹਾਓ ਪਵਿੱਤਰ ਦੋਵੇਂ ਚਰਨ। ਖੇਲ ਕਰੈ ਜਲ ਬੀਚ ਫਿਰੈ ਨਮਕਾ ਸੋ ਤਰੇ ਬਹੁ ਦੂਰ ਪਜਾਏ। ਜਲ ਵਿੱਚ ਬੇੜੀ ਨਾਲ ਫਿਰ ਕੇ, ਬੇੜੀ ਵਿੱਚ ਬੈਠ ਕੇ, ਜਲ ਵਿੱਚ ਫਿਰ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਸਾਰੀਆਂ ਖੇਡਾਂ ਕਰਾਂਗੇ ਆਪਾਂ ਸਾਰੇ ਰਲ ਕੇ। ਬਾਲਕ ਰੂਪ ਹੈ ਨਾ, ਤੇ ਬਾਲਕ ਰੂਪ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਮਿੱਤਰ ਹੀ ਜਾਣ ਕੇ ਸੋਹਣੇ ਬਚਨ ਕਰਦਾ ਹੈ ਬਾਲਕ। ਕਹਿੰਦਾ ਮਹਾਰਾਜ ਫਿਰ ਆਪਾਂ ਮਿਲ ਕੇ ਬੇੜੀ ਦੇ ਵਿੱਚ ਬੈਠ ਕੇ ਤੇ ਸਾਰੀਆਂ ਖੇਡਾਂ ਕਰਾਂਗੇ ਜਲ ਵਿੱਚ, ਤੇ ਸਾਰੇ ਥਾਵਾਂ ਤੇ ਬਹੁਤ ਦੂਰ ਲੈ ਕੇ ਜਾਵਾਂਗੇ ਬੇੜੀ ਨੂੰ, ਬੜਾ ਭਜਾਵਾਂਗੇ ਬੇੜੀ ਨੂੰ, ਬੇੜੀ ਵਿੱਚ ਪੂਰੀ ਤੈਰਾਕੀ ਕਰਾਂਗੇ। ਬੂਝ ਕੈ ਜੋ ਸੁਣ ਕੈ ਸਭ ਬਾਲ ਪੜੈ ਗੁਰ ਜੀ ਚਲੀਏ ਅਨੀਕ ਬਤਾਏ। ਸੋ ਉਸ ਵੇਲੇ ਸਾਰੇ ਬਾਲਕ ਕਹਿਣ ਲੱਗੇ ਇਹ ਗੱਲ ਨੂੰ ਸੁਣ ਕੇ ਕਿ ਮਹਾਰਾਜ ਚੱਲੀਏ, ਗੁਰੂ ਸਾਹਿਬ ਜੀ ਚੱਲੀਏ, ਇਹ ਨੀਕ ਬਤਾਏ, ਚੰਗੀ ਗੱਲ ਦੱਸਦਾ, ਉੱਥੇ ਕਾਫੀ ਖੇਡਾਂ ਕਰਾਂਗੇ। ਕਿਉਂਕਿ ਸਾਰੇ ਬਾਲਕਾਂ ਨਾਲ ਇੰਨਾ ਮੋਹ ਪਾ ਲਿਆ, ਮਹਾਰਾਜ ਦੀਨ ਦੁਨੀਆ ਦੇ ਮਾਲਕ ਨੇ, ਤੇ ਜਿਹੜੀ ਇਹਨਾਂ ਬਾਲਕਾਂ ਨਾਲ ਖੇਡ ਰਚੀ ਹੋਈ ਹੈ, ਆਮ ਬਾਲਕਾਂ ਦੀ ਤਰ੍ਹਾਂ ਰਚੀ ਹੋਈ ਹੈ, ਤੇ ਬਾਲਕ ਸਾਰੇ ਗੁਰੂ ਸਾਹਿਬ ਜੀ ਨੂੰ ਆਪਣਾ ਆਗੂ ਮੰਨਦੇ ਆ, ਸਤਿਕਾਰ ਦਿੰਦੇ ਆ, ਰੱਬ ਰੂਪ ਜਾਣਦੇ ਆ, ਪਰ ਆਪਣੇ ਵਿੱਚ ਆਪਣਾ ਆਗੂ ਬਾਲਕ ਖੇਡਣ ਵਿੱਚ ਵੀ ਸਭ ਨਾਲੋਂ ਸ਼ੋਭਨੀਕ ਜਾਣ ਕੇ ਸੋਹਣੇ ਸੋਹਣੇ ਬਚਨ ਕਰਦੇ ਆ। ਤੋ ਕਹਿੰਦੇ ਵੀ ਚੰਗਾ ਕਹਿ ਰਿਹਾ ਬਾਲਕ, ਮਹਾਰਾਜ ਸੱਚੇ ਪਾਤਸ਼ਾਹ ਚੱਲੀਏ, ਬੜੀ ਚੰਗੀ ਗੱਲ ਦੱਸ ਰਿਹਾ ਹੈ। ਬੂਝ ਕੇ ਮਾਤ ਕਿਰਪਾਲ ਕੋ ਸੰਗ ਲੈ ਗਾਉਣ ਕਰਿਓ ਦਰਿਆਵਨ ਥਾਏ। ਇਉਂ ਫਿਰ ਸਤਿਗੁਰੂ ਮਹਾਰਾਜ ਜੀ ਨੇ ਇਸ ਬਾਲਕ ਦਾ ਬਚਨ ਮੰਨ ਲਿਆ, ਬੇਨਤੀ ਪ੍ਰਵਾਨ ਕਰ ਲਈ। ਮਾਤਾ ਜੀ ਨੂੰ ਪੁੱਛਿਆ, ਮਾਤਾ ਗੁਜਰ ਕੌਰ ਜੀ ਨੂੰ, ਵੱਡੇ ਮਾਤਾ ਮਾਤਾ ਨਾਨਕੀ ਜੀ ਨੂੰ ਪੁੱਛਿਆ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਾਦੀ ਮਾਤਾ ਮਾਤਾ ਨਾਨਕੀ ਜੀ ਸਨ, ਉਹਨਾਂ ਤਾਈਂ ਵੀ ਜਾ ਕੇ ਪੁੱਛਿਆ। ਫਿਰ ਆਪਣੇ ਮਾਤਾ ਮਾਤਾ ਗੁਜਰ ਕੌਰ ਜੀ ਜੋ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਮਾਤਾ, ਤੇ ਜਿਹੜੇ ਮਾਤਾ ਨਾਨਕੀ ਜੀ ਸਨ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ, ਗੁਰੂ ਗੋਬਿੰਦ ਸਿੰਘ ਦੇ ਦਾਦੀ ਜੀ ਸਨ। ਇਹ ਜਦੋਂ ਕਿਤੇ ਪ੍ਰਸੰਗ ਪੜ੍ਹੀਏ ਤੇ ਘਰਾਂ ਵਿੱਚ ਬੈਠਿਆਂ ਇਉਂ ਪ੍ਰਤੀਤ ਹੁੰਦਾ ਵੀ ਜਿਵੇਂ ਮਹਾਰਾਜ ਨੇ ਸਾਨੂੰ ਰਿਸ਼ਤੇਦਾਰੀ ਵਿੱਚ ਮਿਲਣਾ ਜੁਲਣਾ,
ਪਰਿਵਾਰ ਦਾ ਸਤਿਕਾਰ ਕਰਨਾ, ਵੱਡਿਆਂ ਦਾ ਆਦਰ ਕਰਨਾ, ਵੱਡਿਆਂ ਨਾਲ ਕਿਵੇਂ ਬੋਲ ਚਾਲ ਰੱਖਣਾ, ਇਹ ਸਾਰਾ ਕੁਝ ਸਿਖਾਇਆ। ਤੇ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਚੂੜਾਮਣ ਜੀ ਨੇ ਹੂਬਹੂ ਉਸੇ ਸੁੰਦਰ ਵਾਕਿਆ ਨੂੰ ਸਾਡੇ ਸਾਹਮਣੇ ਸ਼ਬਦਾਂ ਦੀ ਤਸਵੀਰ ਬਣਾ ਕੇ ਰੱਖਿਆ ਹੋਇਆ। ਸੋ ਸਾਹਿਬ ਕਿਰਪਾਲੂ ਜੀ ਪਹਿਲਾਂ ਵੱਡੇ ਮਾਤਾ ਜੀ ਕੋਲ ਗਏ, ਫਿਰ ਮਾਤਾ ਗੁਜਰ ਕੌਰ ਜੀ ਕੋਲ ਆਗਿਆ ਮਿਲ ਗਈ ਦੋਵਾਂ ਮਾਤਾਵਾਂ ਦੀ ਕਿ ਲਾਲ ਜੀ ਜਾਓ, ਇਹਨਾਂ ਸੇਵਕਾਂ ਦੀ ਭਾਵਨਾ ਨੂੰ ਪੂਰੀ ਕਰੋ, ਇਹਨਾਂ ਦੀ ਬੇੜੀ 'ਚ ਆਪਣੇ ਪਵਿੱਤਰ ਪਾਵਨ ਚਰਨ ਪਾ ਕੇ ਇਹਨੂੰ ਪਵਿੱਤਰ ਕਰ ਦਿਓ। ਫਿਰ ਮਾਮਾ ਕਿਰਪਾਲ ਚੰਦ ਜੀ ਨੂੰ ਨਾਲ ਲਿਆ। ਮਾਤਾ ਗੁਜਰ ਕੌਰ ਜੀ ਦੇ ਭਰਾਤਾ ਸਨ ਮਾਮਾ ਕਿਰਪਾਲ ਚੰਦ, ਗੁਰੂ ਕਲਗੀਧਰ ਪਾਤਸ਼ਾਹ ਦੇ ਮਾਮਾ ਜੀ, ਉਹਨਾਂ ਨੂੰ ਨਾਲ ਲਿਆ। ਗਾਉਣ ਕਰੋ, ਫਿਰ ਚੱਲ ਪਏ। ਰਸਤੇ ਵਿੱਚ ਪੈਂਡਾ ਤੈਅ ਕਰਨ ਲੱਗ ਪਏ। ਕਿਸ ਪਾਸੇ ਦਾ ਪੈਂਡਾ ਤੈਅ ਕਰ ਰਹੇ? ਦਰਿਆ ਦੇ ਕੰਢੇ ਵੱਲ ਦਾ। ਸੇਵਕ ਸੰਗ ਅਨੇਕ ਸਮੇਤ ਵਿਵੇਕ ਸਾਗਰ ਜਾਤ ਪਏ। ਸੇਵਕ ਸੰਗ ਅਨੇਕ ਸਮੇਤ ਵਿਵੇਕ ਕੇ ਸਾਗਰ ਜਾਤ ਪਏ। ਬੜੇ ਨਾਲ ਸੇਵਕ ਨੇ। ਸੇਵਕ ਕੌਣ ਨੇ? ਜਿਹੜੇ ਸੇਵਾ ਕਰਨ ਵਾਲੇ ਬਾਲ ਨੇ, ਉਹਨਾਂ ਦੇ ਸਮੇਤ ਵਿਵੇਕ ਕੇ ਸਾਗਰ। ਵਿਵੇਕ ਕਹਿੰਦੇ ਨੇ ਗਿਆਨ ਨੂੰ, ਗਿਆਨ ਦੇ ਸਾਗਰ, ਸਮੁੰਦਰ ਗਿਆਨ ਦੇ ਜਾਤ ਪਏ ਜਾ ਰਹੇ ਹਨ। ਸਾਹੂ ਕੀ ਆਣ ਪ੍ਰਸਾਦ ਧਰਿਓ ਅਰਦਾਸ ਕਰੀ ਵਰਤਾਏ ਦਏ। ਸਾਹੋ ਨੇ ਆਨ ਪ੍ਰਸਾਦ ਧਰਿਓ, ਆ ਕੇ ਜਿਹੜਾ ਇੱਕ ਸ਼ਾਹੂਕਾਰ ਸੀ ਉਹਨੇ ਪ੍ਰਸ਼ਾਦ ਰੱਖਿਆ ਅੱਗੇ। ਇੱਕ ਸ਼ਾਹੂਕਾਰ ਨੇ ਨਾ ਪ੍ਰਸ਼ਾਦ ਲਿਆਂਦਾ, ਕਰੋ ਮੇਵੇ ਲਿਆਂਦੇ ਤੇ ਆ ਕੇ ਮਹਾਰਾਜ ਦੇ ਅੱਗੇ ਰੱਖੇ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਰਦਾਸ ਕੀਤੀ ਹੈ। ਅਰਦਾਸ ਕਰਕੇ ਫਿਰ ਉਹ ਪ੍ਰਸ਼ਾਦ ਜਿਹੜਾ ਸੀ ਦੂਜੇ ਬਾਲਕਾਂ ਦੇ ਵਿੱਚ ਤੇ ਜਿਹੜੀ ਹੋਰ ਸੰਗਤ ਆਈ ਸੀ ਉਹਨਾਂ ਵਿੱਚ ਵਰਤਾ ਦਿੱਤਾ। ਸ੍ਰੀ ਪਦ ਪੰਕਜ ਚਾਰ ਉਠਾਏ ਟਿਕਾਏ ਭਲੇ ਨਮਕਾ ਪੈ ਥਏ। ਸ੍ਰੀ ਪਦ ਪੰਕਜ ਚਾਰ ਉਠਾਏ। ਫਿਰ ਸਤਿਗੁਰੂ ਮਹਾਰਾਜ ਨੇ ਆਪਣਾ ਪਵਿੱਤਰ ਚਰਨ ਉਠਾਇਆ ਹੈ। ਚਾਰ ਨਾਮ ਸੁੰਦਰ ਦਾ ਹੁੰਦਾ। ਸੁੰਦਰ ਚਰਨ ਆਪਣਾ ਮਹਾਰਾਜ ਨੇ ਉਠਾਇਆ ਧਰਤੀ ਤੋਂ ਤੇ ਟਿਕਾਏ ਭਲੇ ਨਵਕਾ ਪੈਥਾਏ। ਫਿਰ ਸੋਹਣੇ ਤਰੀਕੇ ਨਾਲ, ਨਵਕਾ ਕਹਿੰਦੇ ਬੇੜੀ ਨੂੰ, ਬੇੜੀ ਦੇ ਵਿੱਚ ਆਪਣਾ ਚਰਨ ਟਿਕਾ ਦਿੱਤਾ। ਬੈਠ ਚਲਾਵਤ ਭੇ ਜਲ ਮੈਂ ਮਦ ਹੋਤ ਉਦੋਤ ਸਮੂਹ ਲੇ। ਫਿਰ ਸਤਿਗੁਰੂ ਮਹਾਰਾਜ ਜੀ ਬੈਠ ਗਏ ਬੇੜੀ ਵਿੱਚ। ਬੇੜੀ ਚੱਲਣ ਲੱਗੀ ਜਲ ਦੇ ਵਿੱਚ। ਬਹੁਤ ਖੁਸ਼ੀ ਹੈ ਸਾਰੇ ਬਾਲਕਾਂ ਨੂੰ। ਹੋਤ ਉਦੋਤ ਸਮੂਹ ਲਾਏ। ਸਾਰੇ ਬਾਲਕ ਜਿਹੜੇ ਇਸ ਖੁਸ਼ੀ ਵਿੱਚ ਜਿਹੜੇ ਸ਼ਾਮਲ ਹੋਏ ਤੇ ਮਨ ਵਿੱਚ ਚੌਗਣਾ ਚਾਅ ਚੜਿਆ ਹੈ। ਤੀਰ ਤਜੇ ਤਰਨੀ ਤਰ ਕੈ ਜਲ ਮਾਹਿ ਚੱਲੀ ਗੁਰਬਾਕ ਉਚਾਰੇ। ਤੀਰ ਤਜੇ ਤਰਨੀ ਤਰ ਕੈ। ਜਦੋਂ ਬੇੜੀ ਪਾਣੀ ਉੱਤੇ ਤਰੀ ਤਾਂ ਕਿਨਾਰਾ ਬੇੜੀ ਨੇ ਛੱਡ ਦਿੱਤਾ। ਜਲ ਮਹਿ ਚੱਲੀ। ਜਲ ਦੇ ਵਿੱਚ ਜਦੋਂ ਬੇੜੀ ਦੌੜਨ ਲੱਗੀ, ਗੁਰੂ ਸਾਹਿਬ ਜੀ ਨੇ ਬਚਨ ਉਚਾਰਨ ਕੀਤਾ। ਦੋਐ ਦਿਨ ਮੈਂ ਨਵਕਾ ਹਮਰੀ ਹੋਏ ਤਾਂ ਪਰ ਬੈਠ ਤਰੇ ਵਿੱਚ ਧਾਰੇ। ਮਹਾਰਾਜ ਕਹਿੰਦੇ ਜੇ ਬੇੜੀ 2 ਦਿਨ ਸਾਡੀ ਰਵੇ ਸਾਡੇ ਕੋਲ, ਤਾਂ ਫਿਰ ਅਸੀਂ ਇਹਦੇ ਵਿੱਚ ਬੈਠ ਕੇ ਜਲ ਦੇ ਵਿੱਚ ਬਹੁਤ ਦੂਰ ਤੱਕ ਜਾਵਾਂਗੇ। ਸਾਹੂ ਕਹਿਓ ਕਰ ਜੋਰ ਤਬੈ ਇਹ ਆਪ ਕੀ ਹੈ ਲਿਓ ਸੰਜ ਸਕਾਰੇ। ਤੇ ਜਿਹੜਾ ਸ਼ਾਹੂਕਾਰ ਸੀ ਨਾ, ਉਸ ਬੱਚੇ ਦਾ ਪਿਤਾ, ਬੇੜੀ ਦਾ ਮਾਲਕ, ਉਹਨੇ ਹੱਥ ਜੋੜ ਲਏ ਤੇ ਆਖਿਆ ਮਹਾਰਾਜ ਇਹ ਬੇੜੀ ਤੁਹਾਡੀ ਹੈ। ਤੁਸੀਂ ਸਵੇਰੇ ਵੀ ਰੱਖੋ ਇਸ ਬੇੜੀ ਨੂੰ ਤੇ ਰਾਤ ਨੂੰ ਵੀ ਰੱਖੋ। ਦਿਨੇ ਵੀ ਤੁਹਾਡੀ ਤੇ ਰਾਤ ਵੀ ਤੁਹਾਡੀ। ਜਦੋਂ ਮਰਜ਼ੀ ਇਸ ਬੇੜੀ 'ਚ ਸਵਾਰ ਹੋਵੋ, ਜਲ ਦੇ ਵਿੱਚ ਸੈਰ ਕਰੋ। ਇਹ ਤੁਹਾਡੀ ਹੀ ਬੇੜੀ ਹੈ। ਉਹ ਕਰ ਕੈ ਔਰ ਪ੍ਰਸੰਗ ਚਲਾਏ ਹੈ ਜਾਏ ਤਰੀ ਜਲ ਜਾਲ ਮਝਾਰੇ। ਇਉਂ ਸਤਿਗੁਰੂ ਜੀ ਨੇ ਬਚਨ ਕਰਕੇ ਹੋਰ ਪ੍ਰਸੰਗ ਚਲਾਇਆ ਤੇ ਜਲ ਦੇ ਵਿੱਚ ਫਿਰ ਅੱਗੇ ਬੇੜੀ ਜਾ ਰਹੀ ਹੈ। ਸੋਰਠਾ ਤਰੀ ਤਰੀ ਸੰਗ ਔਰ ਤਰਾ ਤਰੀ ਤਰ ਤਰ ਉੱਤਰ। ਤਰੀ ਤਰੀ ਸੰਗ ਔਰ ਤਰਾ ਤਰੀ ਤਾਰ ਤਰ ਉਤਾਰ। ਕਹਿੰਦੇ ਬੇੜੀ ਫਿਰ ਜਲ ਦੇ ਵਿੱਚ ਤਰੀ, ਤੇਜ਼ ਦੌੜੀ। ਗੁਰੂ ਜੀ ਦੀ ਬੇੜੀ ਤਰਦੀ ਤਰਦੀ ਜਲ ਦੇ ਵਿੱਚ ਤੇਜ਼ ਦੌੜਦੀ ਹੋਈ, ਔਰ ਤੇਜ਼, ਹੋਰ ਤੇਜ਼ ਦੌੜਦੀ ਅੱਗੇ ਵੱਧਦੀ ਗਈ।
ਤੇ ਬਹੁਤ ਤੇਜ਼ੀ ਦੇ ਨਾਲ ਅਗਲੇ ਕਿਨਾਰੇ ਤੇ ਜਾ ਲੱਗੀ। ਨਰ ਬਰ ਸੁਰ ਸਿਰ ਮੂਰ ਬਾਰ ਬਾਰ ਬਰ ਬਾਰ ਬਰ। ਨਰ ਬਰ ਸੁਰ ਸਿਰ ਮੌਰ ਬਾਰ। ਸੋ ਸਤਿਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਬਹੁਤ ਸ੍ਰੇਸ਼ਟ ਹਨ, ਉੱਤਮ ਹਨ। ਮਨੁੱਖਾਂ ਅਤੇ ਸ੍ਰਿਸ਼ਟ ਦੇਵਤਿਆਂ ਵਿੱਚੋਂ ਸਰਮੌਰ ਹਨ। ਗੁਰੂ ਜੀ ਪਾਣੀ ਵਿੱਚ ਵੜ ਕੇ ਕਾਹਲੀ ਨਾਲ ਹੋਰਾਂ ਨੂੰ ਉਤਾਰਨ ਤੋਂ ਰੋਕਣ ਲੱਗ ਪਏ ਵੀ ਪਾਣੀ 'ਚ ਬਾਕੀ ਨਾ ਬਾਲਕ ਉਤਰਨ। ਬਾਕੀਆਂ ਨੂੰ ਰੋਕਣਾ ਸ਼ੁਰੂ ਕੀਤਾ। ਸਵਈਆ ਖੇਲਤ ਹੈ ਜਲ ਕੋ ਸਿਰ ਕਾਵਟ ਸੀਟਨ ਤੇ ਸੁਟਕਾਰ ਲਰਾਵੈ। ਖੇਲਤ ਹੈ ਜਲ ਕੋ ਛਿੜਕਾਵਤ। ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਲਕਾਂ ਨੂੰ ਉਤਰ ਨਹੀਂ ਦਿੰਦੇ। ਬਲ ਦੇ ਨਾਲ ਜਲ ਦਾ ਛੱਟਾ ਦੇ ਰੱਖਿਆ ਹੋਇਆ ਤੇ ਜਲ ਛਿੜਕਾਉਣ ਲੱਗੇ ਹਨ। ਏਕ ਪਲਾਏ ਚੱਲੇ ਇਕ ਸਾਮੂਹੇ ਏਕ ਭਿਰੈ ਅਖੀਅਣ ਮੁੰਡਾਵੈ। ਇੱਕ ਬਾਲਕ ਦੌੜਦਾ ਅੱਗੇ ਲੱਗ ਕੇ, ਇੱਕ ਸਾਹਮਣੇ ਹੋ ਕੇ ਭਿੜਦਾ ਅੱਗੋਂ ਵੀ ਜਲ ਦਾ ਛੱਟਾ ਦਿੰਦਾ ਹੈ। ਏਕ ਭਿਰੈ ਅਖੀਅਣ ਮੁੰਡਾਵੈ। ਇੱਕ ਫੇਰ ਭਿੜਦਾ ਆ ਕੇ ਦੂਜੇ ਨਾਲ ਤੇ ਜਲ ਸਿੱਧਾ ਅੱਖਾਂ ਉੱਤੇ ਛੱਟੇ ਮਾਰਦਾ, ਅੱਖਾਂ ਬੰਦ ਕਰਵਾ ਦਿੰਦਾ ਹੈ। ਜੋਰ ਤੇ ਫੇਂਕਤ ਹੈ ਕਰ ਸੋ ਇਕ ਹਾਥਨ ਸੋ ਕਰ ਓਟ ਬਚਾਵੈ। ਸੋ ਜ਼ੋਰ ਦੇ ਨਾਲ ਜਦੋਂ ਫੈਂਕਦੇ ਸੁੱਟਦੇ ਆ ਨਾ ਜਲ ਨੂੰ, ਬਾਲਕ ਇੱਕ ਦੂਜੇ ਦੇ ਹੱਥਾਂ ਦਾ ਆਸਰਾ ਲੈ ਕੇ ਦੂਜੇ ਆਪਣੇ ਮੁੱਖ ਨੂੰ, ਨੇਤਰਾਂ ਨੂੰ ਬਚਾਉਂਦੇ ਹਨ। ਪ੍ਰੇਰਤ ਹੈ ਬਹੁ ਹੀਰਤ ਹੈ ਮਕਟੇਰਤ ਹੈ ਅਮਗੈ ਬਿਗਸਾਵੈ। ਸਤਿਗੁਰੂ ਜੀ ਬਾਲਕਾਂ ਨੂੰ ਪ੍ਰੇਰਦੇ ਆ, ਭਾਈ ਹੋਰ ਮਾਰੋ ਛੱਟੇ ਤੇਜ਼ੀ ਨਾਲ, ਹੋਰ ਮਾਰੋ। ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਬਾਲਕਾਂ ਨੂੰ ਪ੍ਰੇਰਦੇ ਆ, ਆਵਾਜ਼ਾਂ ਮਾਰਦੇ ਆ ਮੂੰਹ ਦੇ ਮੁੱਖ ਦੇ ਵਿੱਚੋਂ ਬੋਲ ਕੇ। ਸੋ ਇਸੇ ਤਰ੍ਹਾਂ ਪਰੇ ਘਮਾਉਂਦੇ ਆ, ਉਛਾਲਦੇ ਆ, ਛਾਲਾਂ ਮਾਰਦੇ ਆ, ਹੋਰ ਖੁਸ਼ ਹੁੰਦੇ ਹਨ। ਇਸ ਪ੍ਰਕਾਰ ਦੇਤ ਦਲੇਰ ਦਹੂੰ ਦਸ ਦੌਰਤ ਬੌਰਤ ਬਾਰਤ ਬਾਰਕ ਸਾਰੇ। ਦੇਤ ਦਲੇਰ ਦੋਹੂੰ ਦਿਸ਼ ਦੌਰਤ। ਮਹਾਰਾਜ ਦਲੇਰੀ ਦਿੰਦੇ ਬਾਲਕਾਂ ਨੂੰ ਕਿ ਹੋਰ ਜ਼ੋਰ ਦੇ ਨਾਲ ਛੱਟੇ ਮਾਰ। ਮਹਾਰਾਜ ਸੱਚੇ ਪਾਤਸ਼ਾਹ ਤਰੀਕੇ ਦਾ ਜੰਗ ਦੇ ਸਿਖਾਉਂਦੇ ਆ, ਭਾਵੇਂ ਬਾਲ ਅਵਸਥਾ 'ਚ ਜਲ ਦੇ ਵਿੱਚ ਹੀ ਨੇ, ਫਿਰ ਵੀ ਮਹਾਰਾਜ ਭਿੜਨਾ ਹੀ ਸਿਖਾਉਂਦੇ ਆ। ਇਹਦੇ ਖਾਲਸੇ ਨੂੰ ਮਹਾਰਾਜ ਨੇ ਗੁੜਤੀ ਦਿੱਤੀ ਆ ਭਈ ਜਿੰਨਾ ਚਿਰ ਸੂਰਬੀਰ ਯੁੱਧ ਦੇ ਮੈਦਾਨ ਲਈ ਤਿਆਰ ਨਹੀਂ, ਉਹਨਾਂ ਚਿਰ ਉਹਦਾ ਜੀਵਨ ਜਿਹੜਾ ਆ ਉਹ ਬੇਹਾਲ ਹੀ ਹੈ। ਜਦੋਂ ਸੂਰਬੀਰ ਜੰਗ ਲਈ ਤਿਆਰ ਹੈ ਤੇ ਦੁਸ਼ਮਣ ਨਾਲ ਟੱਕਰ ਲੈਣ ਦਾ ਬਲ ਰੱਖਦਾ ਹੈ, ਫਿਰ ਉਹਦਾ ਜੀਵਨ ਸੁਹਾਵਣਾ ਤੇ ਸੁਖਦਾਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਅਣਖ ਨਾਲ ਜਿਉਣਾ ਸਾਨੂੰ ਸਿਖਾਇਆ ਤੇ ਅਣਖ ਨਾਲ ਮਰਨਾ ਸਿਖਾਇਆ। ਜਿਸ ਧਰਤੀ ਤੇ ਅਸੀਂ ਸੱਜ ਕੇ ਬੈਠੇ ਹਾਂ, ਇੱਥੇ ਬਾਬਾ ਦੀਪ ਸਿੰਘ ਸਾਹਿਬ ਨੇ ਤਾਂ ਮੌਤ ਨੂੰ ਵੀ ਵੰਗਾਰ ਕੇ ਆਖਿਆ ਨਾ ਕਿ ਤੂੰ ਸਾਡੇ ਰਸਤੇ 'ਚੋਂ ਲਾਂਭੇ ਹੋ ਜਾ। ਅਸੀਂ ਤਾਂ ਗੁਰੂ ਰਾਮਦਾਸ ਮਹਾਰਾਜ ਨਾਲ ਬਚਨ ਕਰ ਚੁੱਕੇ ਹਾਂ, ਜੇ ਕਿਤੇ ਪਹਿਲਾਂ ਆ ਜਾਂਦੀ ਤੇ ਫਿਰ ਤੇਰੇ ਨਾਲ ਵੀ ਸੀਸ ਤੈਨੂੰ ਹੀ ਭਾਵੇਂ ਦਿੰਦੇ, ਪਰ ਹੁਣ ਤਾਂ ਮਹਾਰਾਜ ਦਾ ਸੀਸ ਹੋ ਗਿਆ ਗੁਰੂ ਰਾਮਦਾਸ ਪਾਤਸ਼ਾਹ ਦਾ, ਤੇ ਹਰਮੰਦਰ ਨੂੰ ਆਜ਼ਾਦ ਕਰਾ ਕੇ ਤੇ ਫੇਰ ਹੀ ਇਹ ਸੀਸ ਭੇਟਾ ਕਰਾਂਗੇ। ਸੋ ਇਸ ਪ੍ਰਕਾਰ ਅਣਖ ਨਾਲ ਜਿਉਣਾ ਤੇ ਅਣਖ ਨਾਲ ਮਰਨਾ, ਇਹ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਨੇ ਗੁੜਤੀ ਵਿੱਚ ਹੀ ਸਾਨੂੰ ਜੰਗ ਕਰਨੇ ਸਿਖਾਏ ਤੇ ਅਣਖ ਨਾਲ ਜਿਉਣਾ ਸਿਖਾਇਆ ਹੈ। ਹੁਣ ਬਾਲਕਾਂ ਨੂੰ ਭਾਵੇਂ ਜਲ ਦੇ ਵਿੱਚ ਹੀ ਮਹਾਰਾਜ ਖੇਡਾਂ ਖਿਡਾ ਰਹੇ ਆ, ਪਰ ਫਿਰ ਵੀ ਲਲਕਾਰ ਰਹੇ ਆ, ਤਗੜੇ ਹੋ ਜਾਓ ਇੱਕ ਦੂਜੇ ਤੇ ਜਲ ਮਾਰਨ ਲਈ, ਹਾਰ ਨਾ ਜਾਇਓ ਕਿਤੇ। ਮਹਾਰਾਜ ਚਾਰ ਚੁਫੇਰਿਓਂ ਆਵਾਜ਼ਾਂ ਦਿੰਦੇ ਹਨ। ਮੇਚਕ ਕੇਸ ਮ੍ਰਿਦੂ ਬਿਥਰੇ ਮੁਖ ਪੈ ਉਪਮਾ ਕਬ ਜੋ ਮਨ ਤਾਰੇ। ਮੇਚਕ ਕੇਸ ਮਿਰਦੂ ਬਿਥਰੇ। ਫਿਰ ਇੱਦਾਂ ਖੇਡਦਿਆਂ ਖੇਡਦਿਆਂ ਬਾਲਕਾਂ ਦੇ ਜਿਹੜੇ ਕਾਲੇ ਕੋਮਲ ਕੇਸ ਬਿਖਰ ਗਏ, ਖੁੱਲ੍ਹ ਗਏ, ਕੇਸ ਮੂੰਹ ਉੱਤੇ ਪਏ ਹੋਏ ਹਨ। ਕਵੀ ਇਹਨਾਂ ਦੀ ਵਡਿਆਈ ਮਨ ਵਿੱਚ ਧਾਰ ਕੇ ਇਸ ਤਰ੍ਹਾਂ ਕਰਦਾ ਹੈ। ਪੰਕਜ ਪੈ ਗਣ ਪੰਨਗ ਸੋਨਣ ਹੈ ਲਪਟੇ ਹਤ ਅੰਮ੍ਰਿਤ ਕਾਰੇ। ਪੰਕਜ ਕਹਿੰਦੇ ਨੇ ਕਮਲ ਫੁੱਲ ਨੂੰ, ਜਿਵੇਂ ਕਮਲ ਫੁੱਲ ਉੱਤੇ ਭੌਰਿਆਂ ਦੀ ਕਤਾਰ ਲਾ ਕੇ ਬੈਠੀ ਹੋਵੇ ਨਾ ਲੰਮੀ। ਕਮਲ ਦਾ ਫੁੱਲ ਜਿਹੜਾ ਚਿੱਟੇ ਰੰਗ ਦਾ ਹੁੰਦਾ, ਭੌਰੇ ਜਿਹੜੇ ਆ ਕਾਲੇ ਰੰਗ ਦੇ ਹੁੰਦੇ। ਜਿਵੇਂ ਕਾਲੇ ਸੱਪ ਜਾਂ ਭੌਰੇ ਜਿਹੜੇ ਆ ਨਾ
ਸੋ ਇਸ ਪ੍ਰਕਾਰ ਉਹ ਜਿਹੜੇ ਭੌਰੇ ਕਤਾਰਾਂ ਬਣਾ ਕੇ ਜਿਹੜੇ ਸੱਪ ਹੈ ਉਹ ਸਿੱਧੇ ਲਮਕ ਜਾਂਦੇ, ਉਹਨਾਂ ਤੇ ਹੁੰਦੀ ਲੰਬਾਈ ਬਥੇਰੀ ਹੈ। ਸੋ ਮਾਨੋ ਇਸ ਤਰ੍ਹਾਂ ਕੋਮਲ ਸਰੀਰ ਉੱਤੇ ਜਿਹੜੇ ਬੱਚਿਆਂ ਦੇ ਸਰੀਰ ਆ, ਕੇਸ ਜਿਹੜੀ ਉਹਨਾਂ ਦੀ ਉਪਮਾ ਇੱਕ ਅੰਗੀ ਕਵੀ ਜੀ ਨੇ ਆਪਣੇ ਮਨ ਵਿੱਚੋਂ ਭਾਵ ਪੈਦਾ ਕਰਕੇ ਕੀਤੀ ਹੈ ਕਿ ਇਹ ਸੁੰਦਰ ਸਰੀਰ ਬਾਲਕਾਂ ਦੇ ਕੇਸ ਖੁੱਲੇ ਚਿਹਰੇ ਤੇ ਇਉਂ ਲੱਗਦੇ ਆ ਜਿਵੇਂ ਸੋਹਣੇ ਕਮਲ ਉੱਤੇ ਸੱਪ ਲਿਪਟੇ ਹੋਵਣ। ਹੋਏ ਹਲਾ ਜਲ ਡਾਲਤ ਹੈ ਤਬ ਹਾਥਨ ਕੀ ਕਰਕੇ ਪਿਚਕਾਰੇ। ਫਿਰ ਬਾਲਕ ਜਿਹੜੇ ਹੱਲੇ ਕਰਦੇ, ਹੱਲੇ ਬੋਲਦੇ ਆ, ਉਸੇ ਵੇਲੇ ਹੱਥਾਂ ਦੀਆਂ ਪਿਚਕਾਰੀਆਂ ਕਰਕੇ ਪਾਣੀ ਪਾਉਂਦੇ ਹਨ। ਕੌਤਕ ਭਾਂਤ ਅਨੀਕਨ ਕੀ ਕਰ ਬ੍ਰਿੰਦ ਆਨੰਦ ਪਰੇ ਲਰਕਾ। ਸੋ ਕੌਤਕ ਜਿਹੜੇ ਅਨੇਕ ਪ੍ਰਕਾਰ ਦੇ ਹੋ ਰਹੇ ਆ, ਬ੍ਰਿੰਦ ਆਨੰਦ ਭਰੇ ਜਿਹੜੇ ਸਾਰੇ ਬਾਲਕ ਹਨ। ਮੰਜਲ ਅੰਜਲ ਕੋ ਜਲ ਸੋ ਪਰ ਉਜਲ ਜਾਲ ਸੁਰਿੰਦਰ ਕਾ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਲਕਾਂ ਦੇ ਕੌਤਕ ਵੇਖ ਰਹੇ ਆ। ਬਾਲਕ ਭਰ ਭਰ ਕੇ ਨਾ ਬੁੱਕਾਂ ਜਲ ਦੀਆਂ ਤੇ ਮੁੱਖ ਉੱਤੇ ਪਾ ਰਹੇ ਆ। ਇਸ ਪ੍ਰਕਾਰ ਉਜਲ ਜਿਹੜਾ ਜਾਲ ਹੈ, ਜਲ ਹੈਗਾ, ਸੋ ਇਸ ਪ੍ਰਕਾਰ ਮੁੱਖ ਦੇ ਉੱਤੇ ਪੈ ਰਿਹਾ ਤੇ ਸੋਹਣੀ ਸ਼ੋਭਾ ਬਣ ਰਹੀ ਹੈ। ਮੱਜਣ ਕੀਨ ਲਏ ਪਟ ਉਪਰ ਫਿਰ ਚਲੇ ਮਗ ਜੋ ਕਰ ਕਾ। ਮੱਜਣ ਕੀਨ ਲਏ ਪਟ ਉੱਪਰ। ਫਿਰ ਜਦੋਂ ਜਲ ਦਾ ਬਹੁਤਾ ਇੱਕ ਦੂਜੇ ਤੇ ਬਾਲਕਾਂ ਨੇ ਬਲ ਕੀਤਾ ਹੈ, ਫਿਰ ਬਾਲਕਾਂ ਨੇ ਕੀ ਕੀਤਾ, ਇਸ਼ਨਾਨ ਕਰਕੇ ਕੱਪੜੇ ਜਿਹੜੇ ਆ ਉਹ ਪਹਿਨ ਲਏ। ਇਸ ਪ੍ਰਕਾਰ ਖੇਡ ਦੇ ਵਿੱਚ ਖੇਡਦਿਆਂ ਫਿਰ ਸੁੰਦਰ ਬਸਤਰ ਧਾਰਨ ਕੀਤੇ ਇਸ਼ਨਾਨ ਕਰਕੇ, ਫਿਰ ਉਹ ਘਰ ਨੂੰ ਚੱਲਣ ਵਾਸਤੇ ਤਿਆਰ ਹੋ ਪਏ ਹਨ। ਬੋਲਤ ਬਾਲ ਬਲੋਕਟ ਡੋਲਤ ਬੀਚ ਸਰੂਪ ਸਬੈ ਹਰ ਕਾ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਸੁੰਦਰ ਬਚਨ ਬਿਲਾਸ ਬਾਲਕਾਂ ਦੇ ਨਾਲ ਕਰਦੇ ਹਨ। ਉਹਨਾਂ ਸਾਰੇ ਬਾਲਕਾਂ ਦੇ ਵਿਚਕਾਰ ਹਰੀ ਰੂਪ ਗੁਰੂ ਗੋਬਿੰਦ ਰਾਏ ਜੀ ਬੜੇ ਸੁੰਦਰ ਸਰੂਪ ਵਿੱਚ ਸ਼ੋਭਾ ਪਾ ਰਹੇ ਹਨ। ਜੋ ਬਹੁ ਭਾਂਤ ਬਿਲਾਸਤ ਕੋ ਦੇਣਾ ਏਕ ਸਮੈ ਮਿਲ ਕੇ ਤਰਨੀ। ਜੋ ਬਹੁ ਭਾਂਤ ਬਿਲਾਸ ਕੋ ਦਿਨ ਏਕ ਸਮੈ ਮਿਲ ਕੇ ਤਰਨੀ। ਇਸ ਤਰ੍ਹਾਂ ਮਹਾਰਾਜ ਜੀ ਨੇ ਬਹੁਤ ਸਾਰੇ ਬਾਲਕਾਂ ਦੇ ਨਾਲ ਮਿਲ ਕਰਕੇ ਇੱਕ ਦਿਨ ਅਨੇਕਾਂ ਢੰਗਾਂ ਨਾਲ ਖੇਡਾਂ ਖੇਡੀਆਂ, ਨਾਲੇ ਜਲ ਦੇ ਵਿੱਚ ਬੇੜੀ 'ਚ ਬੈਠ ਕੇ ਸੈਰ ਕੀਤੀ ਤੇ ਇਸੇ ਪ੍ਰਕਾਰ ਫਿਰ ਬਾਲਕਾਂ ਦੇ ਨਾਲ ਖੇਡ ਰਚੀ। ਉਹਨਾਂ ਨੂੰ ਜਲ ਨਾਲ ਖੇਡਦਿਆਂ ਜੰਗ ਕਰਨ ਦੇ ਕੌਤਕ ਦ੍ਰਿੜ ਕਰਵਾਏ। ਉਹਨਾਂ ਦੇ ਮੁਖ ਦੀ ਸਰੀਰ ਦੀ ਸ਼ੋਭਾ ਜਲ ਵਿੱਚ ਬਹੁਤ ਬਿਖੇਰੀ। ਫਿਰ ਸਾਹਿਬ ਕਿਰਪਾਲੂ ਜੀ ਨੇ ਕਿਰਪਾ ਕੀਤੀ, ਬਾਲਕਾਂ ਨੂੰ ਹੁਕਮ ਦਿੱਤਾ, ਇਸ਼ਨਾਨ ਕੀਤਾ, ਘਰ ਨੂੰ ਵਾਪਸ ਚੱਲਣ ਲਈ ਹੁਕਮ ਦਿੱਤਾ। ਫਿਰ ਬੜੇ ਬੋਲ ਬਚਨ ਬਿਲਾਸ ਕੀਤੇ। ਇਹ ਸਾਰੇ ਕੌਤਕ ਅਨੇਕ ਪ੍ਰਕਾਰ ਦੇ ਮਹਾਰਾਜ ਜੀ ਨੇ ਕੀਤੇ ਹਨ। ਇੱਕ ਦਿਨ ਬੇੜੀ ਵਿੱਚ ਬੈਠ ਕਰਕੇ ਮਿਲ ਕੇ ਆਵਤ ਭੀ ਗਣ ਅੰਬਰ ਸੋ ਘਣ ਅੰਬਰ ਮੈਂ ਤੜਤਾ ਬਰਨੀ। ਸੋ ਇਸ ਪ੍ਰਕਾਰ ਜਦੋਂ ਵਾਪਸ ਆਏ, ਵੱਡੀਆਂ ਕਿਰਪਾ ਫਿਰ ਵੀ ਵਰਤਣੀਆਂ ਹੀ ਸਨ, ਬਖਸ਼ਿਸ਼ਾਂ ਹੋਣੀਆਂ ਹੀ ਸਨ। ਸੋ ਉਹ ਬਹੁਤ ਸਾਰੀਆਂ ਪੁਸ਼ਾਕਾਂ ਨਾਲ ਇਸ ਤਰ੍ਹਾਂ ਲੱਗ ਰਹੀਆਂ ਸਨ ਜਿਵੇਂ ਬੱਦਲਾਂ ਵਿੱਚ ਬਿਜਲੀ ਜਿਹੜੀ ਹੈ ਨਾ ਉਹ ਕੜਕ ਰਹੀ ਹੋਵੇ। ਕਹਿ ਲਓ ਇਸ ਪ੍ਰਕਾਰ ਕਿ ਜਿਹੜੀ ਸੁੰਦਰ ਪੁਸ਼ਾਕਾਂ ਪਹਿਨੀਆਂ ਹੋਈਆਂ ਬਾਲਕਾਂ ਨੇ, ਉਹਨਾਂ ਸਾਰੇ ਬਾਲਕਾਂ ਨੂੰ ਅੰਬਰ ਆਕਾਸ਼ ਦਾ ਦਰਜਾ ਦਿੰਦਿਆਂ ਹੋਇਆਂ ਕਵਿਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਗੁਰੂ ਗੋਬਿੰਦ ਰਾਏ ਜੀ ਦਾ ਅਲੰਕਾਰ ਬੰਨ੍ਹਦਿਆਂ ਹੋਇਆਂ ਕਹਿੰਦੇ ਆ ਵੀ ਮਹਾਰਾਜ ਦਾ ਰੇਸ਼ਮੀ ਚੋਲਾ ਇਉਂ ਸ਼ੋਭਾ ਦੇ ਰਿਹਾ ਜਿਵੇਂ ਅੰਬਰ ਆਕਾਸ਼ ਵਿੱਚੋਂ ਬਿਜਲੀ ਲਿਸ਼ਕ ਰਹੀ ਹੋਵੇ। ਜੋ ਸੁੰਦਰ ਮੰਦਰ ਸ੍ਰੀ ਗੁਰ ਕੇ ਬਰ ਅੰਦਰ ਆਖ ਮਨੋਹਰਣੀ। ਸੁੰਦਰ ਮੰਦਰ ਸ੍ਰੀ ਗੁਰ ਕੇ ਬਰ ਅੰਦਰ ਆਖ ਮਨੋਹਰਣੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਡੀਆਂ ਸ਼ੋਭਾ ਦੇ ਮਾਲਕ ਹਨ ਤੇ ਹਿਰਨੀ ਵਰਗੀਆਂ ਅੱਖਾਂ ਵਾਲੀਆਂ ਸਮੂਹ ਇਸਤਰੀਆਂ ਸ੍ਰਿਸ਼ਟ ਗੁਰੂ ਜੀ ਦੇ ਸੁੰਦਰ ਘਰ ਵਿੱਚ ਆ ਗਈਆਂ, ਕਿਉਂਕਿ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸੁਬਾਹ ਤੋਂ ਉਹਨਾਂ ਦੇ ਮਨ ਦੇ ਵਿੱਚ ਚਾਉ ਹੈ, ਹੁਲਾਰਾ ਹੈ।
ਸੋ ਘਰ ਦੇ ਵਿੱਚ ਆ ਕੇ ਪ੍ਰਵੇਸ਼ ਕੀਤਾ ਤਿਨਾਂ ਨੇ। ਮਾਤ ਪੈ ਜਾਤ ਪਈ ਹਰ ਖਾਤ, ਸੋ ਟੇਕਤ ਮਾਤ ਤਨੀ ਕਰਨੀ। ਸੋ ਇਸ ਪ੍ਰਕਾਰ ਮਾਤਾ ਜੀ ਦੇ ਕੋਲ ਗਈਆਂ ਸ਼ਾਹੂਕਾਰਾਂ ਦੀਆਂ ਇਸਤਰੀਆਂ, ਮਾਤਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸ੍ਰੀ ਗੁਜਰੀ ਟਗ ਹੋਐ ਪਰਵਾਰਤ, ਚਾਰ ਉਪਾਇਨ ਬ੍ਰਿੰਦ ਚੜਾਈ। ਸਤਿਗੁਰੂ ਮਹਾਰਾਜ ਦੇ ਮਾਤਾ ਗੁਜਰ ਕੌਰ ਜੀ ਦੇ 4 ਛਫੇਰੇ ਪਰਿਵਾਰਤ, ਜਿਵੇਂ ਚੰਦਰਮਾ ਦੇ ਦੁਆਲੇ ਤਾਰਿਆਂ ਦਾ ਪਰਿਵਾਰ ਹੁੰਦਾ, ਇਸ ਪ੍ਰਕਾਰ ਸ਼ੋਭਾ ਪਾਉਂਦੀਆਂ ਇਸਤਰੀਆਂ ਬੈਠੀਆਂ ਹੋਈਆਂ ਤੇ ਅਨੇਕਾਂ ਭੇਟਾਂ ਅਰਪਣ ਕਰ ਰਹੀਆਂ ਹਨ। ਆਇ ਸਪਾਈ ਕੇ ਬੈਠ ਗਈ, ਗੁਰ ਕੀ ਗਣ ਕੀਰਤ ਭਾਖ ਸੁਨਾਈ। ਆਗਿਆ ਪਾ ਕੇ ਬੈਠ ਗਈਆਂ ਇਸਤਰੀਆਂ ਤੇ ਬਹੁਤ ਸਾਰੀ ਵਡਿਆਈ ਸਤਿਗੁਰੂ ਜੀ ਦੀ ਕਹਿ ਕੇ ਮੁਖਾਰ ਬਿੰਦ ਤੋਂ ਸੁਣਾਈ ਹੈ। ਹਮ ਸੇਵਕ ਪਾਉ ਧਰੈ ਨਤ, ਆਸ ਕਰੇ ਔਰ ਬਾਸਤ ਪਾਈ। ਅਸੀਂ ਸੇਵਕ ਹਾਂ ਸਾਰੇ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਦੇ, ਬਹੁਤ ਸਾਰੀ ਇੱਛਾ ਮਨ ਦੇ ਵਿੱਚ ਹੈ ਤੇ ਜੋ ਵੀ ਭਾਵਨਾ ਨਾਲ ਆਸ ਕਰਦੀਆਂ ਹਾਂ ਉਹ ਹੀ ਸਾਡੀ ਮਨ ਇੱਛਤ ਪੂਰੀ ਹੁੰਦੀ, ਉਹ ਫਲ ਸਾਨੂੰ ਮਿਲ ਜਾਂਦਾ। ਗੁਰੂ ਘਰ ਵਿੱਚ ਤੇ ਕੋਈ ਅੱਜ ਵੀ ਚੱਲ ਕੇ ਆਵੇ ਨਾ, ਆਪਾਂ ਚੁਪਹਿਰਾ ਕੱਟਦੇ ਹਾਂ, ਬੈਠਦੇ ਹਾਂ ਆ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨ ਤੇ, ਕੋਈ ਆ ਕੇ ਅਰਜ਼ ਕਰਦਾ ਬਾਬਾ ਜੀ ਕਿਰਪਾ ਕਰ ਦਿਓ ਮੈਂ ਵਿਦੇਸ਼ ਜਾਣਾ। ਕਈ ਵਾਰੀ ਜਾਣ ਦਾ ਯਤਨ ਕੀਤਾ ਪਰ ਕਿਸੇ ਪ੍ਰਕਾਰ ਕੋਈ ਗੱਲ ਸਿਰੇ ਨਹੀਂ ਚੜ੍ਹਦੀ, ਨਾ ਹੀ ਹੋਈ ਜਾਂਦੀ। ਤੇ ਜਦੋਂ 2 ਵਾਰੀ ਚੁਪਹਿਰੇ ਵਿੱਚ ਹਾਜ਼ਰੀ ਭਰ ਕੇ ਫਿਰ ਉਹਨੂੰ ਮਿਲੀਏ, ਭਾਈ ਕਿਵੇਂ ਤੇਰੇ ਵਿਦੇਸ਼ ਜਾਣ ਦਾ, ਫਿਰ ਹੱਥ ਜੋੜ ਕੇ ਕਹਿੰਦਾ ਬਾਬਾ ਦੀਪ ਸਿੰਘ ਨੇ ਕਿਰਪਾ ਕਰਤੀ। ਹੁਣ ਤਾਂ ਉਦੋਂ ਵੀ ਬਾਬਾ ਜੀ ਨੇ ਆਪ ਕਰਾ ਲਿਆ, ਮੈਂ ਤੇ ਹਾਰ ਹੀ ਗਿਆ ਸੀ। ਜੇ ਕਿਸੇ ਦੇ ਪੁੱਤਰ ਨਹੀਂ, ਮਾਈ ਤਰਲਾ ਲੈਂਦੀ ਆ ਕੇ ਮਹਾਰਾਜ ਕਿਰਪਾ ਕਰੋ ਮੈਨੂੰ ਪੁੱਤਰ ਬਖਸ਼ ਦਿਓ, ਇੱਥੋਂ ਪੁੱਤਰ ਮਿਲਦਾ। ਜੇ ਕੋਈ ਆ ਕੇ ਤਰਲਾ ਕਰਦਾ ਮੇਰੀ ਦੇਹੀ 'ਚ ਰੋਗ ਹੈ, 2-4 ਵਾਰੀ ਚੁਪਹਿਰੇ ਵਿੱਚ ਹਾਜ਼ਰੀ ਭਰਦਾ, ਦੇਹੀ ਤੰਦਰੁਸਤ ਹੋ ਜਾਂਦੀ। ਇਸ ਘਰ ਵਿੱਚ ਕਮੀਆਂ ਹੀ ਕੋਈ ਨਹੀਂ। ਬਾਬਾ ਜੀ ਨੂੰ ਬੇਨਤੀ ਕਰੀਏ ਮਹਾਰਾਜ ਬੋਲਣਾ ਨਹੀਂ ਆਉਂਦਾ, ਕਥਾ ਕਰਾ ਲਿਓ ਆਪੇ ਹੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ। ਜਿਵੇਂ 8ਵੇਂ ਪਾਤਸ਼ਾਹ ਨੇ ਗੂੰਗੇ ਕੋਲੋਂ ਅਰਥ ਕਰਵਾਏ ਸੀ ਗੀਤਾ ਦੇ, ਗੁਰੂ ਗ੍ਰੰਥ ਸਾਹਿਬ ਅੱਜ ਵੀ ਕਰਵਾਉਂਦੇ ਆ, ਅੱਜ ਵੀ ਰਹਿਮਤਾਂ ਨਾਲ ਝੋਲੀਆਂ ਭਰ ਰਹੇ। ਸੋ ਐਡੀਆਂ ਵੱਡੀਆਂ ਬਖਸ਼ਿਸ਼ਾਂ ਦੇ ਘਰ ਨੇ, ਅੱਜ ਵੀ ਬਖਸ਼ਿਸ਼ਾਂ ਵਰਤਾ ਰਹੇ ਆ। ਸੋ 10ਵੇਂ ਪਾਤਸ਼ਾਹ ਦੀ ਮਹਿਮਾ ਕਰਦਿਆਂ ਪਟਨਾ ਸਾਹਿਬ ਦੇ ਸ਼ਾਹੂਕਾਰਾਂ ਦੀਆਂ ਇਸਤਰੀਆਂ ਕਹਿੰਦੀਆਂ ਮਾਂ ਜੀ ਅਸੀਂ ਪ੍ਰੇਮ ਕਰਦੀਆਂ ਗੁਰੂ ਗੋਬਿੰਦ ਰਾਏ ਜੀ ਨਾਲ ਤਾਂ ਕਰਕੇ, ਕਿਉਂਕਿ ਜਦੋਂ ਸਾਡੇ ਅੰਦਰ ਪ੍ਰੇਮ ਦਾ ਹਲਾਰਾ ਆਉਂਦਾ, ਭਾਵਨਾ ਨਾਲ ਅਸੀਂ ਦਰਸ਼ਨ ਕਰਨ ਆਉਂਦੀਆਂ, ਸਾਡੇ ਮਨ ਵਿੱਚ ਕੋਈ ਇੱਛਾ ਪ੍ਰਗਟ ਹੁੰਦੀ ਨਾ ਵੀ ਆਹ ਚੀਜ਼ ਮਿਲ ਜਾਏ ਸਾਨੂੰ, ਗੁਰੂ ਗੋਬਿੰਦ ਰਾਏ ਜੀ ਉਸੇ ਵੇਲੇ ਬਖਸ਼ਿਸ਼ ਕਰ ਦਿੰਦੇ ਹਨ। ਪਾਵਨ ਪਾਵਨ ਕੋ ਸਿਮਰੈ ਹਮ, ਦੀਨ ਦੁਨੀ ਮਹਿ ਜਾਣ ਸਹਾਈ। ਪਾਵਨ ਪਾਵਨ ਕੋ ਸਿਮਰੈ ਹਮ, ਜੋ ਪਾਵਨ ਪਵਿੱਤਰ ਨੇ ਤੇ ਪਵਿੱਤਰ ਕਰ ਦੇਣ ਵਾਲੇ ਨੇ, ਉਸ ਗੁਰੂ ਗੋਬਿੰਦ ਰਾਏ ਨੂੰ ਯਾਦ ਕਰਦੀਆਂ ਅਸੀਂ ਆਪਣੇ ਚਿੱਤ ਵਿੱਚ ਯਾਦ ਕਰਦੀਆਂ, ਇਹ ਦੀਨ ਦੁਨੀਆ ਦੇ ਵਿੱਚ ਸਹਾਈ ਹਨ। ਏਕ ਬਡੋ ਧਨਵਾਨ ਹੋ ਤੋ ਦਸ ਸਾਹੋ ਕੀ, ਨਾਰ ਬਧੂ ਨਜ ਲਿਆਈ। ਸੋ ਕਹਿੰਦੇ ਆ ਵੀ ਇੱਕ ਵੱਡੇ ਸ਼ਾਹੂਕਾਰ ਦੀ ਇਸਤਰੀ ਸੀਗੀ ਤੇ ਉਹ ਸ਼ਾਹੂਕਾਰਨੀ ਨੂੰ ਬਾਕੀ ਸ਼ਾਹੂਕਾਰਨੀਆਂ ਨਾਲ ਲੈ ਕੇ ਆਈਆਂ ਹਨ। ਸੰਗ ਸੁਤਾ ਅਰ ਔਰਹਤ ਜਾਣਾ, ਬ੍ਰਿੰਦ ਦਰਾਨ ਜਠਾਨ ਮਿਲਾਈ। ਉਸਨੇ ਪੁੱਤਰੀ ਨੂੰ ਨਾਲ ਲੈ ਕੇ ਭਲਾ ਚਾਹਣ ਵਾਲੀਆਂ ਹੋਰ ਇਸਤਰੀਆਂ ਤੇ ਬਹੁਤ ਦਰਾਣੀਆਂ ਜਠਾਣੀਆਂ ਨਾਲ ਮਿਲ ਕੇ ਆਈਆਂ ਹਨ। ਸਾਤ ਸਰੀਕਨ ਲੈ ਸਕਰੀ ਗੁਰ ਤੇ, ਨਜ ਪੋਤਰ ਕੋ ਲੇਵਣ ਆਈ। ਸੋ ਆਪਣੀ ਬਹੂ ਬੱਚੀ ਨੂੰ ਨਾਲ ਲਿਆਈ, ਹੋਰ ਜਠਾਣੀਆਂ ਦਰਾਣੀਆਂ ਨੂੰ ਲਿਆਈ, ਸ਼ਰੀਕਣੀਆਂ ਨੂੰ ਨਾਲ ਲਿਆਈ, ਸਾਰੀਆਂ ਨੂੰ ਲੈ ਕੇ ਅਰਜ਼ ਕੀ ਕਰਨ ਆਈ ਹੈ ਕਿ ਮਹਾਰਾਜ ਮੈਨੂੰ ਪੋਤਰਾ ਬਖਸ਼ ਦੇ। ਪੋਤਰੇ ਦੀ ਦਾਤ ਲੈਣ ਵਾਸਤੇ ਮਾਈ ਆਈ ਹੈ। ਭਾਂਤ ਅਨੀਕਨ ਕੇ ਪਕਵਾਨ ਸੁਧਾ, ਸਮ ਸੁਆਦਤ ਆਨਨ ਪਾਈ। ਭਾਂਤ ਅਨੇਕ ਕੇ ਪਕਵਾਨ ਸੁਧਾ ਸਮ, ਸੁਧਾ ਦਾ ਅਰਥ ਹੈ ਅੰਮ੍ਰਿਤ, ਅੰਮ੍ਰਿਤ ਵਰਗੇ ਸੋਹਣੇ ਪਕਵਾਨ ਤਿਆਰ ਕਰਕੇ ਜਿਹੜੇ ਬੜੇ ਸਵਾਦਲੇ, ਮੁੱਖ ਵਿੱਚ ਪਾਇਆ ਪਤਾ ਹੀ ਨਹੀਂ ਲੱਗਦਾ ਕਿੱਧਰ ਚਲੇ ਖੰਡ ਦੇ ਖਡਾਉਣਿਆਂ ਵਾਂਗੂ। ਐਨ ਇਸ ਤਰ੍ਹਾਂ ਦੇ ਪਕਵਾਨ ਮਿੱਠੇ ਤੇ ਸਵਾਦਲੇ ਅੰਮ੍ਰਿਤ ਰਸ ਭਰੇ ਹੋਏ ਅਨੇਕਾਂ ਪ੍ਰਕਾਰ ਦੇ ਤਿਆਰ ਕਰਕੇ ਲਿਆਈਆਂ ਹਨ। ਸ੍ਰੀ ਗੁਜਰੀ ਨਜ ਸੇਵਕ ਭੇਜ ਕੈ,
ਖੇਲਤ ਆਪਣੇ ਪਾਸ ਬੁਲਾਏ। ਮਾਤਾ ਗੁਜਰ ਕੌਰ ਜੀ ਨੇ ਸੇਵਕ ਭੇਜਿਆ ਤੇ ਖੇਲਦਿਆਂ ਹੋਏ ਬਾਲ ਅਵਸਥਾ ਵਿੱਚ ਗੋਬਿੰਦ ਰਾਏ ਨੂੰ ਆਪਣੇ ਕੋਲ ਬੁਲਾਇਆ। ਬਾਲਕ ਸਾਹੁਨ ਕੇ ਸੰਗ ਲੈ ਸਮਾ ਗੋਬਿੰਦ ਕੇ ਗੁਰ ਗੋਬਿੰਦ ਆਏ। ਸੋ ਬਾਲਕ ਸ਼ਾਹੂਕਾਰਾਂ ਦੇ ਜਿਹੜੇ ਸਨ ਉਹਨਾਂ ਦੇ ਨਾਲ ਖੇਡਦੇ ਹੋਏ ਮਾਤਾ ਦਾ ਹੁਕਮ ਸੁਣਦਿਆਂ ਮਾਲਕ ਗੋਬਿੰਦ ਵਾਹਿਗੁਰੂ ਪਰਮੇਸ਼ਰ ਦਾ ਰੂਪ ਗੁਰੂ ਗੋਬਿੰਦ ਰਾਏ ਜੀ ਆ ਗਏ। ਅੰਕ ਬਹੀਨ ਪਰੇ ਅੰਕ ਬਣਿਓ ਮਖ ਮਾਤ ਕੀ ਅੰਕ ਮੂਹ ਬੈਠ ਸੁਹਾਏ। ਮਾਤਾ ਦੀ ਗੋਦੀ ਵਿੱਚ ਬੈਠਿਆ ਗੁਰੂ ਗੋਬਿੰਦ ਰਾਏ ਜੀ। ਮੁਖੜਾ ਕਾਲਖ ਰਹਿਤ ਹੈ, ਚੰਦਰਮਾ ਵਰਗਾ, ਬਹੁਤੀ ਸ਼ੋਭਾ ਹੈ ਸਤਿਗੁਰੂ ਮਹਾਰਾਜ ਦੇ ਮੁਖਾਰ ਬਿੰਦੀ। ਜਦੋਂ ਜਾਂ ਅਦਿਤੀ ਕਰ ਪ੍ਰੇਮ ਮਾਸਤ ਬਾਵਨ ਕੋ ਦੁਲਰਾਏ ਬਿਠਾਏ। ਜਿਵੇਂ ਮਾਤਾ ਅਦਿਤੀ ਜੀ ਪ੍ਰੇਮ ਨਾਲ ਆਪਣੇ ਮਹਾਨ 52 ਅਵਤਾਰ ਪੁੱਤਰ ਨੂੰ ਗੋਦੀ ਵਿੱਚ ਬਿਠਾ ਕੇ ਦੁਲਾਰਦੇ ਸਨ। ਇੱਕ ਅੰਗੀ ਦ੍ਰਿਸ਼ਟਾਂਤ ਹੈ। 52 ਅਵਤਾਰ ਛਲਣ ਗਿਆ, ਬਲ ਰਾਜੇ ਨੂੰ ਆਪ ਛਲਿਆ ਗਿਆ, ਪਰ ਕਲਗੀਆਂ ਵਾਲਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਤਾਂ ਕੋਈ ਡਲਾ ਹੀ ਨਹੀਂ ਸਕਿਆ, ਕੋਈ ਛਾਲ ਹੀ ਨਹੀਂ ਸਕਿਆ, ਕੋਈ ਛਲਾ ਹੀ ਨਹੀਂ ਸਕਿਆ। ਸੋ ਇੱਕ ਅੰਗੀ ਦ੍ਰਿਸ਼ਟਾਂਤ ਕਿਹਾ ਜਾ ਸਕਦਾ। ਤੇ ਇੱਥੇ ਵੀ ਕਹਿਣਾ ਬਣ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪ ਅਕਾਲ ਪੁਰਖ ਸਨ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ। ਭੱਟਾਂ ਨੇ ਕਿਹਾ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਦਸਾਂ ਜਾਮਿਆਂ ਚੋਂ ਹੋਈ ਜੋਤ ਵਰਤੀ। ਤੇ 52 ਅਵਤਾਰ ਸੀਗਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਖੁਦ ਪਰਮੇਸ਼ਰ ਸੀ। ਇਸ ਕਰਕੇ ਮਹਾਰਾਜ ਦੀ ਮਹਿਮਾ ਤੇ ਹੋਰ ਵੱਡੀ ਹੈ ਤੇ ਮਾਤਾ ਗੁਜਰ ਕੌਰ ਦੀ ਸ਼ੋਭਾ ਗੋਦ ਦੀ ਵੀ ਬਹੁਤ ਵੱਡੀ ਅਦਿਤੀ ਨਾਲੋਂ। ਇੱਕ ਅੰਗੀ ਦ੍ਰਿਸ਼ਟਾਂਤ ਕਵੀ ਜੀ ਨੇ ਲਿਆ ਹੈ, ਜਿਵੇਂ ਅਦਿਤੀ ਦੀ ਗੋਦ ਵਿੱਚ 52 ਅਵਤਾਰ ਸ਼ੋਭਾ ਪਾਏ, ਇਸੇ ਤਰ੍ਹਾਂ ਗੁਰੂ ਗੋਬਿੰਦ ਰਾਏ ਜੀ ਸ਼ੋਭਾ ਪਾ ਰਹੇ ਹਨ। ਫੇਰਤ ਹੀ ਤਤਕਾਲ ਕ੍ਰਿਆ ਗਣ ਸਾਥ ਅਦਾਬ ਕੀ ਹਾਥਨ ਬੰਦੇ। ਉਸੇ ਵੇਲੇ ਵੇਖਦਿਆਂ ਹੀ ਸਾਰੀਆਂ ਇਸਤਰੀਆਂ ਨੇ ਆਪਣੇ ਹੱਥ ਜੋੜ ਲਏ, ਹੱਥ ਜੋੜ ਕੇ ਨਮਸਕਾਰ ਕੀਤੀ। ਮਾਨ ਮਹਾ ਮਹਿਮਾ ਗੁਰ ਕੀ ਪਦ ਪੰਕਜ ਸੀਸ ਨਿਭਾਏ ਸੋ ਬੰਦੇ। ਸੋ ਮੰਨ ਕੇ ਮਹਿਮਾ ਸਤਿਗੁਰੂ ਜੀ ਨੂੰ ਆਪਣੇ ਪਰਮੇਸ਼ਰ ਕਾਲ ਪੁਰਖ ਜਾਣ ਕੇ ਦੋਵੇਂ ਹੱਥ ਜੋੜ ਕੇ ਕਮਲ ਸਰੀਖੇ ਚਰਨਾਂ ਤੇ ਸੀਸ ਰੱਖ ਕੇ ਨਮਸਕਾਰ ਕੀਤੀ। ਲੋਚਨ ਲਾਭ ਬਿਲੋਕਤ ਰੂਪ ਜਿਛੀ ਪ੍ਰਭ ਕੋ ਸਭ ਕੇ ਹੈ ਨਰ ਬੰਦੇ। ਸੋ ਨੇਤਰਾਂ ਨਾਲ ਸਤਿਗੁਰੂ ਮਹਾਰਾਜ ਦੇ ਦਰਸ਼ਨਾਂ ਦੇ ਸੁੰਦਰ ਸਰੂਪ ਨੂੰ ਸੋ ਤੱਕਦੀਆਂ ਹਨ। ਸੋ ਪ੍ਰਭੂ ਜੀ ਦੇ ਵੱਲ ਆਪਣੇ ਨੇਤਰ ਟਿਕ ਟਿਕੀ ਨਾਲ ਜਿਵੇਂ ਚਕੋਰ ਨੇ ਚੰਦਰਮਾ ਵੱਲ ਟਿਕਾਏ ਹੁੰਦੇ ਆ, ਇਸ ਤਰ੍ਹਾਂ ਟਿਕਾਏ ਹੋਏ ਨੇਤਰਾਂ ਨਾਲ ਵੀ ਨਮਸਕਾਰਾਂ ਕਰਦੀਆਂ ਹਨ। ਪੋਖਤ ਹੈ ਜਲ ਮੈਂ ਜਲ ਪੋਖਤ ਹੈ ਜਲ ਮੈਂ ਥਲ ਮੈਂ ਰੁਜਗਾਰ ਕੁਦੇਤ ਕਰੈ ਨਹੀਂ ਬੰਦੇ। ਸੋ ਜਲ ਵਿੱਚ ਵੀ ਮਹਾਰਾਜ ਪੋਖਣਾ ਪਾਲਣਾ ਕਰਦੇ ਆ, ਥਲ ਧਰਤੀ ਤੇ ਵੀ ਜੀਵਾਂ ਦੀ ਪਾਲਣਾ ਕਰਦੇ ਆ। ਜਿਹੜੇ 42 ਲੱਖ ਜੀਵ ਜਲ ਵਿੱਚ ਨੇ ਨਾ, ਉਹਨਾਂ ਦੀ ਵੀ ਪਾਲਣਾ ਮਹਾਰਾਜ ਕਰ ਰਹੇ ਆ। ਤੇ ਜਿਹੜੇ 42 ਲੱਖ ਜੀਵ ਧਰਤੀ ਤੇ ਉਹਨਾਂ ਦੀ ਵੀ ਪਾਲਣਾ ਮਹਾਰਾਜ ਕਰਦੇ ਆ। ਸਾਰਿਆਂ ਨੂੰ ਰੁਜ਼ਗਾਰ ਦਿੱਤੇ ਹੋਏ ਆ, ਕਾਰੋਬਾਰ ਧੰਦੇ ਧੰਦਾਰ ਦਿੱਤੇ ਹੋਏ ਹਨ। ਇਸੇ ਕਰਕੇ ਸਾਰੇ ਨਮਸਕਾਰਾਂ ਕਰਦੇ ਹਨ। ਸਾਹੋ ਮਹਾ ਧਨਵਾਨਨ ਕੀ ਇਹੋ ਨਾਰ ਐ ਸਤ ਤੇਰੀ ਐ ਸੰਗਤ। ਸੋ ਫਿਰ ਮਾਤਾ ਗੁਜਰ ਕੌਰ ਜੀ ਨੇ ਕਿਹਾ, ਇਹ ਲਾਲ ਜੀ, ਇਹ ਧਨਵਾਨ ਸ਼ਾਹੂਕਾਰਾਂ ਦੀਆਂ ਇਸਤਰੀਆਂ ਨੇ, ਇਹ ਸਾਰੀ ਤੁਹਾਡੀ ਸੰਗਤ ਹੈ। ਪਾਉ ਕਰੈ ਗੁਰ ਕੇ ਸਿਖ ਇਹ ਸਭ ਧਾਰ ਹਿਰਦੇ ਅਨੁਰਾਗ ਉਮੰਗਤ। ਬਹੁਤਾ ਪ੍ਰੇਮ ਕਰਦੀਆਂ ਇਹ ਸਾਰੀਆਂ ਇਸਤਰੀਆਂ, ਸਾਰੀ ਸੰਗਤ ਆਪ ਜੀ ਦੇ ਨਾਲ। ਹਿਰਦੇ 'ਚ ਇਹਨਾਂ ਨੇ ਆਪ ਜੀ ਲਈ ਪ੍ਰੇਮ ਧਾਰਨ ਕੀਤਾ ਹੈ ਤੇ ਬਹੁਤ ਸਾਰੀ ਉਮੰਗਤ ਇੱਛਾ ਧਾਰਨ ਕੀਤੀਆਂ। ਉਮੰਗਾਂ ਦਾ ਭਾਵ ਹੈ ਕਿ ਬਹੁਤ ਸਾਰੀਆਂ ਮੰਗਾਂ ਨੇ ਮਨ ਦੇ ਵਿੱਚ, ਜੋ ਸੰਸਾਰੀ ਲੋੜਾਂ ਉਹਨਾਂ ਦੇ ਅਨੁਸਾਰ। ਆਣ ਕੀ ਸੇਵਨ ਠਾਨਤ ਹੈ ਮਨ ਮਾ ਕਾਮਣ ਕੋ ਤੁਮ ਤੇਨ ਤਮੰਗਤ। ਆਨ ਕੀ ਸੇਵਨ ਠਾਨਤ ਹੈ ਮਨ ਕਾਮਨ ਕੋ ਤੁਮ ਤੇ ਨਿਤ ਮੰਗਤ। ਜਿਹੜੀਆਂ ਕਾਮਨਾ ਨੇ ਉਹ ਲਾਲ ਜੀ ਤੁਹਾਡੇ ਕੋਲੇ ਪੂਰੀਆਂ ਕਰਦੀਆਂ, ਉਹ ਮੰਗਾਂ ਤੁਹਾਡੇ ਕੋਲੇ ਮੰਗਦੀਆਂ, ਹੋਰ ਕਿਸੇ ਦੀ ਪੂਜਾ ਨਹੀਂ ਕਰਦੀਆਂ, ਕਿਤੇ ਹੰਨੇ ਦੀ, ਕਿਤੇ ਬੰਨੇ ਦੀ, ਕਿਤੇ ਪਹਾੜਾਂ ਵਾਲੇ ਰੰਨੇ ਦੀ।
ਚੁਪਹਿਰਾ ਵੀ ਕੱਟ ਲਿਆ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਨਮਸਕਾਰ ਕਰ ਲਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹ ਲਈ ਤੇ ਪੱਥਰ ਨੂੰ ਵੀ ਪੂਜ ਲਿਆ ਤੇ ਮੜੀ ਤੇ ਨਮਸਕਾਰ ਕਰ ਲਈ। ਇਹ ਸਿੱਖ ਦਾ ਕਰਮ ਨਹੀਂ ਹੈ। ਸਿੱਖ ਵਾਸਤੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਲਾਇਆ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਅੰਨ। ਸੋ ਇਹ ਭਾਵਨਾ ਉਹਨਾਂ ਇਸਤਰੀਆਂ ਦੀ ਹੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਾਤਾ ਜੀ ਕਹਿੰਦੇ ਆ ਕਿ ਤੁਹਾਡੇ ਚਰਨਾਂ ਦੀਆਂ ਪ੍ਰੀਤਵਾਨ ਹਨ, ਹੋਰ ਪਾਸੇ ਨਹੀਂ ਜਾਂਦੀਆਂ। ਆਨ ਕੀ ਸੇਵਨ ਠਾਨਤ ਹੈ, ਮਨ ਕਾਮਨ ਕੋ ਤੁਮ ਤੇ ਨਿਤ ਮੰਗਤ। ਆ ਕੇ ਸੇਵਾ ਇਸੇ ਕਰਕੇ ਕਰਦੀਆਂ ਕਿ ਮਨ ਦੀ ਇੱਛਤ ਮੰਗਾਂ ਜਿਹੜੀਆਂ ਤੁਹਾਤੋਂ ਹੀ ਮੰਗਦੀਆਂ ਹਨ। ਆਨ ਉਪਾਇਨ ਕੋ ਅਰਪੈ ਜਸ ਗਾਵਤ। ਆ ਕੇ ਭੇਟਾ ਅਰਪਣ ਕਰਦੀਆਂ ਤੇ ਜਸ ਗਾਉਂਦੀਆਂ ਹਨ। ਹੈ ਆਪਣੀ ਬਚ ਮੰਗਤ। ਸੋ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਸੰਗਤ ਹੈ। ਜੋ ਰੁਖ ਮਾਤ ਕੀ ਜਾਨ ਤ੍ਰਿਆ। ਸੋ ਜੋ ਰੁਖ ਮਾਤ ਕੋ ਜਾਨ ਤ੍ਰਿਆ। ਇਸ ਤਰ੍ਹਾਂ ਮਾਤਾ ਜੀ ਦਾ ਵੀ ਰੁਖ ਆਪਣੇ ਵੱਲ ਭਾਵ ਭਲੇ ਦਾ ਜਾਣ ਕਰਕੇ ਸਾਰੀਆਂ ਇਸਤਰੀਆਂ ਅਨਕੂਲ ਸੋ ਆਪਣੇ ਹੈ ਮਨ ਭਾਈ। ਜੇ ਪ੍ਰਚਾਰਕ ਹੋਵੇ ਗੁਰੂ ਦੀ ਮਹਿਮਾ ਕਰਨ ਵਾਲਾ ਤੇ ਮਾਤਾ ਗੁਜਰ ਕੌਰ ਵਰਗਾ। ਆਪਣੇ ਲਾਲ ਦੀ ਸਿਫਤ ਦੱਸਦੇ ਆ ਤੇ ਸੰਗਤ ਦੀ ਸਿਫਤ ਕੀਤੀ ਹੈ ਕਿ ਮਹਾਰਾਜ ਤੁਹਾਡੀ ਸੰਗਤ ਤੁਹਾਡੇ ਚਰਨਾਂ ਨਾਲ ਹੀ ਜੁੜੀ ਹੋਈ। ਇਹ ਉੱਤਮ ਬਖਤਿਆਂ ਦਾ ਕਰਮ ਹੁੰਦਾ। ਸੋ ਸਾਰੀਆਂ ਇਸਤਰੀਆਂ ਵੀ ਮਾਤਾ ਜੀ ਦੇ ਕੋਲ ਆਪਣੀ ਵਡਿਆਈ ਸੁਣ ਕੇ ਮਨ ਦੇ ਵਿੱਚ ਬਹੁਤ ਸਤਿਕਾਰ ਕਲਗੀਧਰ ਪਾਤਸ਼ਾਹ ਜੀ ਦਾ ਧਾਰਨ ਕੀਤਾ ਤੇ ਆਪਣਾ ਮਨ ਜਿਹੜਾ ਸੀ ਮਾਤਾ ਗੁਜਰ ਕੌਰ ਦੇ ਅਨੁਕੂਲ ਕਰ ਲਿਆ, ਭਾਵ ਉਸ ਤਰ੍ਹਾਂ ਦੀ ਭਾਵਨਾ ਬਣਾ ਲਈ। ਦੋਐ ਕਰ ਜੋਰ ਕਰੀ ਬਨਤੀ ਸਰਨਾਗਤ, ਆਪ ਕੀ ਇਹ ਸਭ ਆਈ। ਸੋ ਉਹਨਾਂ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ। ਆਗੇ ਬਿਠਾਏ ਬਧੂ ਕੋ ਕਹਿਓ, ਉਪਜੇ ਇਸ ਕੇ ਸੁਤ ਦੇਹੋ ਲਿਆਈ। ਸਾਰੀਆਂ ਇਸਤਰੀਆਂ ਨੇ ਉਸ ਬੱਚੀ ਨੂੰ, ਜਿਹੜੀ ਨੂੰਹ ਸੀਗੀ ਇਸ ਘਰ ਦੀ ਵੱਡੇ ਸ਼ਾਹੂਕਾਰ ਦੇ ਘਰ ਵਿੱਚ, ਉਸ ਬੱਚੀ ਨੂੰ ਨਾਲ ਜੂ ਲੈ ਕੇ ਆਈਆਂ ਸਨ। ਅੱਗੇ ਬਿਠਾ ਲਿਆ, ਅੱਗੇ ਕੀਤਾ, ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਹੱਥ ਜੋੜੇ, ਨਮਸਕਾਰ ਕੀਤੀ ਤੇ ਬੇਨਤੀ ਕੀਤੀ, ਮਹਾਰਾਜ ਇਹਨੂੰ ਪੁੱਤਰ ਦੀ ਦਾਤ ਬਖਸ਼ੋ, ਆਪਣੇ ਮੁਖਾਰਬਿੰਦ ਤੋਂ ਬਚਨ ਕਰੋ। ਭਾਗ ਮਹਾ ਅਰ ਸੁੰਦਰ ਰੂਪ ਸੁਜਾਨ, ਵੱਡੋ ਜਗਲੇ ਵਡਿਆਈ। ਸੋ ਵੱਡੇ ਭਾਗ ਹੈ ਸੁੰਦਰ ਸਪੁੱਤਰ ਇਸ ਦੇ ਘਰ ਪੈਦਾ ਹੋ, ਜੋ ਵੱਡੇ ਭਾਗਾਂ ਵਾਲਾ ਸੁੰਦਰ ਸਰੂਪ ਵਾਲਾ ਪੁੱਤਰ। ਇਹ ਵਡਿਆਈ ਮਹਾਰਾਜ ਬਖਸ਼ਿਸ਼ ਕਰੋ ਕਿਸ ਦੇ ਗ੍ਰਹਿ ਪੈਦਾ ਹੋਵੇ। ਜੋ ਤ੍ਰਿਆ ਭਾਖਤ ਖਿਆਲ ਕਰੈ ਨਹਿ, ਬਾਲਕ ਸੰਗ ਹੀ ਬਾਕ ਬਖਾਨਾ। ਇਸ ਤਰ੍ਹਾਂ ਇਸਤਰੀਆਂ ਬੋਲ ਰਹੀਆਂ ਹਨ ਤਾਂ ਗੁਰੂ ਜੀ ਉਹਨਾਂ ਵੱਲ ਖਿਆਲ ਨਹੀਂ ਕਰ ਰਹੇ ਹਨ। ਫੇਰ ਟਟਾਰਤ ਢੀਠ ਪਨੋ ਪਣ, ਚੰਚਲਤਾ ਅਤਹੀ ਉਤ ਠਾਨ। ਬਾਲਕਾਂ ਨਾਲ ਹੀ ਗੱਲਾਂ ਕਰੀ ਜਾਂਦੇ ਆ, ਉਹ ਮਨ ਵਿੱਚ ਠਾਣੀ ਗੱਲ ਵੇਖ ਕੇ ਟਲਦੇ ਅਤੇ ਫਿਰ ਇੱਧਰ ਉੱਧਰ ਹੋ ਕੇ ਚੰਚਲਤਾ ਧਾਰਨ ਕਰਦੇ। ਜਿਹੜੇ ਬਾਲਕ ਮਹਾਰਾਜ ਜੀ ਦੇ ਨਾਲ ਇਉਂ ਨੇ ਵੀ ਜਿਵੇਂ ਕਿਤੇ ਮਹਾਰਾਜ ਦੇ ਮਨ ਦੀ ਬਾਤ ਨੂੰ ਸਮਝ ਕੇ ਨਾਲ ਪੁਤਲੀਆਂ ਹੋ ਕੇ ਨੱਚ ਰਹੇ ਹੋਣ। ਬਾਰ ਹੀ ਬਾਰ ਸਮੂਹ ਸੁਨਾਰ, ਉਚਾਰਤ ਹੈ ਬਨਤੀ ਇਤ ਆਵੈ। ਸੋ ਇਸ ਤਰ੍ਹਾਂ ਵਾਰ-ਵਾਰ ਇਸਤਰੀਆਂ ਬਹੁਤ ਪ੍ਰੇਮ ਕਰਕੇ ਬੇਨਤੀ ਕਰਦੀਆਂ ਹਨ। ਬਾਕ ਕਹੋ ਗੁਰ ਜੀ, ਐਸ ਕੋ ਔਰ ਪੂਰਨ ਆਸ ਕਰੋ ਸਭ ਜਾਣੈ। ਮਹਾਰਾਜ ਕਿਰਪਾ ਕਰੋ, ਇਹਦੀ ਆਸਾ ਪੂਰਨ ਕਿਰਪਾ ਕਰਕੇ ਕਰ ਦਿਓ, ਆਸ ਪੂਰੀ ਕਰ ਦਿਓ। ਇਹ ਆਸ ਕਰਕੇ ਆਈ ਹੈ। ਸਾਹੋ ਵੱਡੇ ਤਨਵਾਨਨ ਕੀ ਦੋਹਤਾਰੋ, ਬਦੂ ਇਹ ਸਿੱਖ ਤੁਮਾਰੇ। ਮਾਰੇ ਵੱਡੇ ਸ਼ਾਹੂਕਾਰ ਦੀ ਪੁੱਤਰੀ ਹੈ ਤੇ ਜਿਹੜੀ ਤੁਹਾਡੇ ਸੇਵਕ ਨੇ ਉਹਨਾਂ ਦੀ ਨੂੰਹ ਹੈ। ਸੰਤਤ ਸਾਹਤ ਹੈ ਸਭ ਹੀ ਪਖਨਰ, ਸਾਰ ਜੋ ਪਰਵਾਰੇ। ਸੰਤਤ ਚਾਹਤ ਹੈ ਸਭ ਹੀ, ਮਹਾਰਾਜ ਸਾਰੇ ਹੀ ਸਹੁਰਾ ਪਰਿਵਾਰ ਪੇਕਾ ਪਰਿਵਾਰ ਇਸ ਬੱਚੀ ਦਾ ਚਾਹੁੰਦੇ ਇਹਦੇ ਘਰ ਸੰਤਾਨ ਹੋਵੇ। ਪੱਖ ਹੈਰਨ ਸੁਸਰ ਜੋ ਪਰਿਵਾਰ ਹੈ, ਜੋ ਸਹੁਰਾ ਪਰਿਵਾਰ ਉਹਦਾ ਵੀ ਪੱਖ ਇਹੀ ਹੈ। ਆਪ ਕੇ ਪਾਸ ਕਰੇ ਅਰਦਾਸ, ਨਹੀਂ ਅਬ ਆਣ ਰਹਿਓ ਉਪਚਾਰੇ। ਮਹਾਰਾਜ ਆਪ ਜੀ ਦੇ ਚਰਨਾਂ 'ਚ ਅਰਦਾਸ ਹੈ, ਹੋਰ ਕੋਈ ਸਾਡੇ ਕੋਲ ਚਾਰਾ ਵੀ ਨਹੀਂ ਹੈ। ਡਾਰਜ ਜੇ ਸਭ ਹੀ ਵਸਤੂਨ ਕੇ ਰਾਵਰ ਬਾਕ ਉਦਾਰ ਬਿਦਾਰੇ। ਜੇ ਸਭ ਹੀ ਵਸਤੂਆਂ ਕੇ, ਜਿੰਨੀਆਂ ਵਸਤੂਆਂ ਨੇ ਉਹਨਾਂ ਦੇ ਜਿਹੜੇ ਦਲਿੱਦਰ ਨੇ, ਜਿਹੜੀ ਵਸਤੂ ਨਾ ਹੋਵੇ ਨਾ ਘਰ ਵਿੱਚ ਉਹਦੀ ਭੁੱਖ ਬਣਦੀ ਹੈ ਤੇ ਫਿਰ ਦਲਿੱਦਰ ਪੈਦਾ ਹੋ ਜਾਂਦਾ। ਮਹਾਰਾਜ ਤੁਹਾਡੇ ਬਚਨਾਂ ਵਿੱਚ ਇਹ ਸਾਰੀਆਂ ਵਸਤੂਆਂ ਨੇ, ਤੁਸੀਂ ਬਾਕ ਉਚਾਰਨ ਕਰਦੇ ਹੋ ਤੇ ਜਿਨ੍ਹਾਂ ਵਸਤੂਆਂ ਕਰਕੇ ਘਰ 'ਚ ਦਲਿੱਦਰ ਪੈਦਾ ਹੁੰਦੇ ਆ ਉਹ ਵਸਤੂਆਂ ਮਿਲ ਜਾਂਦੀਆਂ, ਦਲਿੱਦਰ ਹੀ ਦੂਰ ਹੋ ਜਾਂਦਾ।
ਜਿਸ ਕਾਰਨ ਕਰਕੇ ਘਰਾਂ ਦੇ ਵਿੱਚ ਦੁੱਖ ਪੈਦਾ ਹੁੰਦੇ ਐ ਤੇ ਵਸਤੂ ਨਾ ਮਿਲਣੇ ਕਰਕੇ ਉਹ ਆਪ ਜੀ ਦੀ ਰਸਨਾ ਉੱਤੇ ਆਉਂਦੇ ਹੀ ਵਸਤੂਆਂ ਮਿਲ ਜਾਂਦੀਆਂ ਤੇ ਦੁੱਖ ਦੂਰ ਹੋ ਜਾਂਦੇ ਹਨ। ਜੋ ਬਹੁ ਵਾਰ ਸੋ ਨਾਰਨ ਤੇ ਸੁਨ ਸ੍ਰੀ ਗੌਰ ਕੀਨ ਉਚਾਰਨ ਕੋ। ਇਸ ਤਰ੍ਹਾਂ ਇਸਤਰੀਆਂ ਦੀ ਵਾਰ-ਵਾਰ ਬੇਨਤੀ ਸੁਣ ਕੇ ਮੁਖ ਤੋਂ ਉਚਾਰਨ ਕੀਤਾ ਸਤਿਗੁਰੂ ਜੀ ਨੇ। ਹੋਐ ਸਤ ਕਹਿ ਨਹੀਂ ਹੋਤ ਇਸੈ ਅਮ ਜਾਣੈ ਕਿਆ ਅਨ ਕਾਰਨ ਕੋ। ਮਹਾਰਾਜ ਕਹਿੰਦੇ ਹੋਵਾ ਸੁਤ ਕੈ ਨਹਿ ਹੋਤ ਇਸੈ ਹਮ ਜਾਣ ਹੈ ਕਿਆ ਇਨ ਕਾਰਨ ਕੋ। ਇਹਦੇ ਘਰ ਪੁੱਤਰ ਪੈਦਾ ਹੋਵੇਗਾ ਕਿ ਨਹੀਂ ਹੋਵੇਗਾ, ਅਸੀਂ ਇਸ ਕਾਰਨ ਨੂੰ ਕੀ ਜਾਣੀਏ। ਆਪਣੇ ਭਾਗਨ ਕੋ ਭੂਤੈ ਜਗ ਜੀਵ ਅਨੇਕ ਪ੍ਰਕਾਰਨ ਕੋ। ਸੋ ਜਿਹੜੇ ਜਗਤ ਵਿੱਚ ਜੀਵ ਪੈਦਾ ਹੁੰਦੇ ਜੋ ਕਰਮ ਕੀਤੇ ਉਹਨਾਂ ਨੂੰ ਭੋਗਦੇ ਹਨ। ਆ ਮੌਨ ਕਰੀ ਪਨ ਖਿਆਲ ਟਲਾਏ ਸਿਪਾਹੀ ਸਹਿ ਬਿਰਹਾਰਨ ਕੋ। ਇਸ ਤਰ੍ਹਾਂ ਮਹਾਰਾਜ ਨੇ ਚੁੱਪ ਧਾਰਨ ਕਰ ਲਈ, ਫਿਰ ਛੁਪਾ ਲਿਆ ਸਾਰੇ ਵਿਵਹਾਰ ਕੌਤਕਾਂ ਨੂੰ। ਬ੍ਰਹਦ ਤ੍ਰਿਆ ਤਬ ਰਾਵਣ ਕੀ ਮਨ ਜਾਣ ਬਿਨੈ ਬਹੁ ਠਾਨਤ ਹੈ। ਬਹੁਤ ਸਾਰੀਆਂ ਇਸਤਰੀਆਂ ਧਨਵਾਨਾਂ ਦੀਆਂ ਬਹੁਤ ਸਾਰੀਆਂ ਬੇਨਤੀਆਂ ਕਰਕੇ ਮਨ ਵਿੱਚ ਇਉਂ ਠਾਣ ਕੇ ਆਈਆਂ ਸਨ। ਮਾਤ ਸਮੀਪ ਮਹਾ ਹੋਏ ਦੀਨ ਦਊ ਕਰ ਬੰਦ ਬਖਾਨਤ ਹੈ। ਸੋ ਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਹੁਣ ਮਾਤਾ ਦੇ ਕੋਲ ਬੇਨਤੀਆਂ ਕਰਦੀਆਂ ਨੇ, ਹੱਥ ਜੋੜ ਕੇ ਬਹੁਤ ਸਾਰੀਆਂ ਬੇਨਤੀਆਂ ਕਰਦੀਆਂ ਹਨ। ਇਸ ਤਰ੍ਹਾਂ ਕਹਿੰਦੀਆਂ ਹਨ, ਆਪ ਕਿਰਪਾ ਕਰਕੇ ਸਭ ਰੀਤ ਕਹਾਵੋ ਜੋ ਹਮ ਮਾਨਤ ਹੈ। ਸੋ ਆਪ ਜੀ ਦਾ ਬਚਨ ਮੰਨਦੇ, ਆਪ ਜੀ ਦੇ ਲਾਲ ਤੁਸੀਂ ਕਿਰਪਾ ਕਰਕੇ ਬਚਨ ਕਹਾਵੋ। ਤਾਤ ਕੇ ਪਾਸ ਤੇ ਆਸ ਪੁਰਾਵੋ ਦਾਸਨ ਭਾਉ ਪਛਾਨਤ ਹੈ। ਤਾਤ ਕੇ ਪਾਸ ਤੇ ਆਸ ਪੁਰਾਵੋ, ਆਪਣੇ ਪੁੱਤਰ ਕੋਲੋਂ ਆਸਾ ਪੂਰੀ ਕਰਾ ਦਿਓ। ਦਾਸਾਂ ਦੇ ਭਾਉ ਨੂੰ ਪ੍ਰੇਮ ਨੂੰ ਪਛਾਣਦੇ ਹਨ। ਜੋ ਹਠ ਨਾਰਨ ਕੋ ਮਨ ਜਾਣ ਕੈ ਪੈ ਅਨਕੂਲ ਸੁਮਾਤ ਪਸਾਨੀ। ਸੋ ਜਦੋਂ ਹੱਠ ਕਰ ਲਿਆ ਨਾ ਬਹੁਤ ਸਾਰੀਆਂ ਇਸਤਰੀਆਂ ਨੇ, ਸੰਗਤ ਨੇ, ਤਾਂ ਮਾਤਾ ਨੂੰ ਜਾਣਿਆ ਵੀ ਮਾਤਾ ਵੀ ਇਹਨਾਂ ਇਸਤਰੀਆਂ ਦੇ ਅਨੁਕੂਲ ਭਾਵ ਇਹਨਾਂ ਵੱਲੋਂ ਬੇਨਤੀ ਕਰਨਾ ਚਾਹੁੰਦੇ ਹਨ। ਬੋਲਤ ਭੇ ਤਾਬ ਬਾਕ ਉਤਾਇਲ ਜੇ ਤੁਮ ਕਾਮਨਾ ਜੋ ਮਨ ਠਾਨੀ। ਸੋ ਫਿਰ ਉਸ ਵੇਲੇ ਛੇਤੀ ਨਾਲ ਹੀ ਵਚਨ ਕਰ ਦਿੱਤਾ, ਕਹਿੰਦੇ ਜਿਹੜੀ ਤੁਸੀਂ ਮਨ ਵਿੱਚ ਕਾਮਨਾ ਠਾਨੀ ਹੈ ਨਾ ਪੂਰੀ ਹੋ ਜਾਵੇਗੀ। ਜੋ ਸੁਨ ਲਿਓ ਸਬੈ ਤਰਣੀ ਅਨ ਕੇ ਤਰਣੀ ਇਕ ਚਾਰ ਮਹਾਨੀ। ਸੋ ਉਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਸੁਭਾਵਿਕ ਬੜਾ ਸੁੰਦਰ ਬਚਨ ਕੀਤਾ ਸਾਰੀਆਂ ਇਸਤਰੀਆਂ ਦੀ ਬੇਨਤੀ ਸੁਣ ਕੇ ਕਿ ਇੱਕ ਸੁੰਦਰ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਸੁਣ ਲਵੋ ਕਿ ਇਹਨਾਂ ਕੋਲ ਇੱਕ ਸੁੰਦਰ ਵੱਡੀ ਬੇੜੀ ਹੈ। ਇੱਕ ਬਚਨ ਕੀਤਾ ਮਹਾਰਾਜ ਨੇ ਵੀ ਇਹਨਾਂ ਕੋਲ ਇੱਕ ਬੇੜੀ ਹੈ। ਇਸ ਬੱਚੀ ਦੇ ਘਰ ਭਾਵ ਕੇ ਵੱਡੇ ਸ਼ਾਹੂਕਾਰ ਦੇ ਘਰ ਇੱਕ ਬੜੀ ਸੁੰਦਰ ਬੇੜੀ ਹੈ। ਜੋ ਹਮ ਕੋ ਅਰਪੋ ਕਹੇ ਕੈ ਸੁਤ ਹੋਵਨ ਕੀ ਪਣ ਹੋ ਬਣ ਬਾਨੀ। ਮਹਾਰਾਜ ਕਹਿੰਦੇ ਵੀ ਜੇ ਕਹਿ ਕੇ ਉਹ ਬੇੜੀ ਸਾਨੂੰ ਅਰਪਣ ਕਰ ਦਿਓ ਫਿਰ ਤੁਹਾਡੇ ਘਰ ਪੁੱਤਰ ਪੈਦਾ ਹੋਵੇਗਾ। ਸ੍ਰੀ ਗੁਰ ਬਾਲਕ ਰੂਪ ਮੁਖਾ ਬੁਝ ਸੁੰਦਰ ਤੇ ਸੁਨ ਸੁੰਦਰ ਬਾਣੀ। ਸ੍ਰੀ ਗੁਰੂ ਬਾਲਕ ਰੂਪ ਮੁਖਾਰ ਬੁਝ। ਸੋ ਸੋਹਣੇ ਮੁਖਾਰ ਬਿਨ ਤੋਂ ਬਾਲਕ ਰੂਪ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਸੁੰਦਰ ਬਚਨ ਕੀਤੇ। ਏਕ ਹੀ ਬਾਰ ਹਸੀ ਸਭ ਸੁੰਦਰ ਆਸੀ ਕੋ ਤੁਮ ਹਾਸੀ ਬਖਾਨੀ। ਏਕ ਹੀ ਬਾਰ ਹਸੀ ਸਭ ਸੁੰਦਰ। ਸਾਰੀਆਂ ਇਸਤਰੀਆਂ ਜਿਹੜੀਆਂ ਸ਼ਾਹੂਕਾਰਾਂ ਦੀਆਂ ਸਨ ਉਹਨਾਂ ਨੇ ਗੱਲ ਬੜੀ ਚੰਗੀ ਮੰਨੀ ਕਿ ਮਹਾਰਾਜ ਤੁਸੀਂ ਬਹੁਤ ਸੋਹਣਾ ਬਚਨ ਕੀਤਾ ਹੈ। ਹੱਸ ਪਈਆਂ ਸਾਰੀਆਂ। ਜੋ ਨਮਕਾ ਇਨਕੇ ਅਤ ਉੱਤਮ ਸੋ ਲਿਓ ਆਪ ਪਿਖੋ ਮਦਮਾਨੀ। ਮਹਾਰਾਜ ਕਹਿੰਦੇ ਉਹ ਲੈ ਲਓ ਬੇੜੀ ਸੁੰਦਰ ਜਿਹੜੀ ਤੁਹਾਡੇ ਮਨ ਨੂੰ ਚੰਗੀ ਲੱਗਦੀ ਹੈ। ਰਾਵਰ ਕੇ ਸਭ ਦੀਨੇ ਪਦਾਰਥ ਹੋਏ ਸਕਾਰਥ ਜੋ ਹਮ ਜਾਨੀ। ਕਹਿੰਦੇ ਤੁਹਾਡੇ ਦੇ ਉੱਤੇ ਮਹਾਰਾਜ ਸਾਰੇ ਪਦਾਰਥ ਹੈ। ਜੇ ਆਪ ਜੀ ਬਖਸ਼ਿਸ਼ ਕਰੋ ਤਾਂ ਪਦਾਰਥ ਸਾਰੇ ਜੀਵਾਂ ਦੇ ਲਈ ਸੁਖਦਾਈ ਹੈ, ਨਹੀਂ ਤੇ ਕੋਈ ਕਿਸੇ ਕਾਰਜ ਦਾ ਨਹੀਂ। ਨੁਕਾਰਥ ਬਿਲਕੁਲ ਬੇਕਾਰ ਹਨ ਜੇ ਸਤਿਗੁਰੂ ਮਹਾਰਾਜ ਆਪ ਜੀ ਦੀ ਕਿਰਪਾ ਨਹੀਂ। ਸ੍ਰੀ ਜਨਨੀ ਤਮ ਜਾਮਣ ਹੋ ਬਹੁ ਜੋ ਲਗ ਦੇ ਨਹੀਂ ਤਰਨੀ। ਤੋ ਉਸ ਵੇਲੇ ਸਾਹਿਬਾਂ ਨੇ ਕੋਲ ਬਚਨ ਕੀਤਾ, ਕਹਿੰਦੇ ਮਾਤਾ ਜੀ ਤੁਸੀਂ ਜਾਮਨ ਹੋ, ਜਦੋਂ ਤੱਕ ਇਹ ਬੇੜੀ ਨਹੀਂ ਦਿੰਦੇ ਸਾਨੂੰ। ਜੋ ਹਮਨੇ ਅਰਪੀ ਮਨ ਤੇ ਵਰ ਦਿਓ ਅਬੈਸਤ ਹੋਵੈ ਤਰਨੀ। ਸੋ ਹਮਨੇ ਅਰਪੀ ਮਨ ਤੇ ਵਰ ਦਿਓ ਅਬੈ ਸੁਤ ਹੋਵੈ ਤਰਨੀ। ਸੋ ਕਹਿੰਦੇ ਵੀ ਅਸੀਂ ਤਾਂ ਆਪਣੇ ਮੁਖਾਰ ਬਿਨ ਤੋਂ ਬਚਨ ਕਰ ਦਿੱਤਾ, ਇਹਨਾਂ ਨੇ ਜੋ ਮਨ ਚ ਠਾਨਿਆ ਸੀ ਹੁਣ ਇਸ ਬੱਚੀ ਦੇ ਘਰ ਪੁੱਤਰ ਹੋਵੇਗਾ। ਸਿੱਖਣ ਕੇ ਅਬਲੰਬ ਦਲੋਕ ਪਿਖੈ ਨਹੀਂ ਆਦਕ ਬੈਰ ਤਾਰਨੀ। ਸਿੱਖਣ ਕੇ ਅਵਲੰਬ ਸਿੱਖਾਂ ਦਾ ਆਸਰਾ ਦੋਵਾਂ ਲੋਕਾਂ ਦੇ
ਆਸਰਾ ਜਾਣਨ ਵਾਲੇ ਸਤਿਗੁਰੂ ਮਹਾਰਾਜ ਨੂੰ ਸਿੱਖ ਬੜਾ ਆਦਰ ਕਰਦੇ ਆ। ਸੋ ਸੰਸਾਰ ਸਮੁੰਦਰ ਤੋਂ ਤਾਰਨ ਵਾਲੇ ਹਨ। ਧੰਨ ਗੁਰੂ ਤੁਮ ਜਾ ਉਪਦੇਸ਼ਤ ਬੋ ਚਲਤੇ ਸੋ ਤਰੈ ਤਰਨੀ। ਧੰਨ ਗੁਰੂ ਤੁਮ ਜਾਂ ਉਪਦੇਸ਼ਤ ਭੌਜਲ ਤੇ ਸੋ ਤਰੈ ਤਰਨੀ। ਸਤਿਗੁਰੂ ਮਹਾਰਾਜ ਜਿਨ੍ਹਾਂ ਨੂੰ ਤੁਸੀਂ ਉਪਦੇਸ਼ ਬਖਸ਼ਦੇ ਹੋ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ। ਸੁੰਦਰ ਹਾਥ ਸਰੀ ਪਤਨੀ ਸੁਣ ਕੈ ਸਭ ਰੀਤਨ ਕੀ ਬਨਤੀ। ਸੁੰਦਰ ਹਾਥ ਸ਼ਰੀ ਪਤਰੀ ਸੁਣ ਕੇ ਸਭ ਤੀਰਨ ਕੀ ਬਿਨਤੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਤਰੀਕਿਆਂ ਦੀ ਬੇਨਤੀ ਸੁਣੀ ਤਾਂ ਸੁਣ ਕੇ ਜਿਹੜੀ ਹੱਥ 'ਚ ਸੋਹਣੀ ਛੜੀ ਫੜੀ ਹੋਈ ਸੀ, ਸ੍ਰੀ ਗੁਰ ਉਚੇ ਉਚਾਏ ਭੁਜਾ ਨਜ ਲਾਵਤ ਭੇ ਕਰ ਕੈ ਗਣਤੀ। ਸੋ ਉਸ ਵੇਲੇ ਮਹਾਰਾਜ ਨੇ ਆਪਣੇ ਹੱਥ ਨਾਲ ਉਹ ਛੜੀ ਸਾਰਿਆਂ ਦੇ ਸੀਸ ਤੇ ਲਾਈ, ਗਿਣਤੀ ਕੀਤੀ। ਪੰਜ ਪ੍ਰਹਾਰ ਕਰੇ ਤਸ ਕੇਸਰ ਬਾਕ ਕਹੇ ਸਗਰੀ ਸੁਣਤੀ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਸ਼ਾਹੂਕਾਰ ਦੀ ਨੂੰਹ ਸੀਗੀ, ਸ਼ਾਹੂਕਾਰਾਂ ਦੀ ਪੁੱਤਰੀ ਸੀਗੀ, ਉਹਦੇ ਸਿਰ ਦੇ ਉੱਤੇ 5 ਵਾਰੀ ਜਿਹੜੀ ਛਟੀ ਲਾਉਣਾ ਕੀਤੀ। ਏਕ ਜੋ ਦੀਨ ਰੋ ਚਾਰ ਸੁਪੰਚੇ ਹੋਏਗੇ ਪੂਤ ਖੁਸ਼ੀ ਤਨਤੀ। ਕਹਿਣ ਲੱਗੇ 1 2 3 4 ਪੁੱਤਰ ਹੋਣਗੇ ਇਸ ਦੇ ਗ੍ਰਹਿ ਵਿਖੇ। ਕਬੈਤ ਸੋਢ ਬੰਸ ਚੰਦ ਕੇ ਸੁਬਾਕ ਹੋਰ ਨੰਦ ਕੇ। ਸੋਢੀ ਬੰਸ ਦੇ ਚੰਦ ਸਰੂਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੋਢੀ ਬੰਸ ਦੇ ਚੰਦਰਵਾ ਵੱਲੋਂ ਆਨੰਦ ਦੇਣ ਵਾਲੇ ਪੁੱਤਰਾਂ ਦੇ ਪੈਦਾ ਹੋਣ ਦੇ ਵਚਨ ਜਿਹੜੇ ਆ ਕੀਤੇ ਹਨ। ਜਬ ਦਾਜੇ ਆਨੰਦ ਕੇ ਸੁਨੇ ਸੁਰ ਬ੍ਰਿੰਦ ਭਾਵਨੀ। ਸੋ ਸਾਰੀਆਂ ਇਸਤਰੀਆਂ ਨੇ ਜਦੋਂ ਇਹ ਬਚਨ ਸੁਣੇ, ਜਿਵੇਂ ਸਵੇਰ ਦੇ ਸੂਰਜ ਦੀ ਕਿਰਨ ਪ੍ਰਕਾਸ਼ ਹੁੰਦੀ ਹੈ, ਸਾਰੀਆਂ ਇਸਤਰੀਆਂ ਦੇ ਮਨ 'ਚ ਇਸ ਤਰ੍ਹਾਂ ਦੀ ਕਮਾਲ ਦੀ ਰੋਸ਼ਨੀ ਆਨੰਦ ਪੈਦਾ ਹੋਇਆ। ਬਾਲ ਮਾਰ ਡੰਡ ਕੀ ਰਸਮ ਜੋ ਪ੍ਰਕਾਸ਼ ਕਰੈ। ਸੋ ਇਸੇ ਪ੍ਰਕਾਰ ਬਹੁਤ ਸੁੰਦਰ ਸਰੂਪ ਹੈ ਇਸਤਰੀਆਂ ਦੇ। ਕਮਾਲ ਰੂਪੀ ਮੁੱਖ ਜਿਹੜੇ ਸੀ, ਮੁੱਖ ਮੰਡਲ ਜਿਹੜੇ ਸੀ, ਉਸੇ ਤਰ੍ਹਾਂ ਖਿੜਾਵੇ ਵਿੱਚ ਆਏ। ਸਾਰੀਆਂ ਇਸਤਰੀਆਂ ਨੇ ਹੱਸ ਹੱਸ ਕੇ ਪ੍ਰੇਮ ਧਾਰਨ ਕੀਤਾ। ਸੋ ਹੱਥ ਜੋੜਦੀਆਂ ਹਨ। ਬਦਨ ਸਰੂਜ ਬਿਕਸਾਏ ਗਜ ਗਾਮਣੀ। ਸੋ ਇਸ ਤਰ੍ਹਾਂ ਉਹਨਾਂ ਦੇ ਸਾਰੀਆਂ ਦੇ ਜਿਹੜੇ ਬਦਨ ਹੈਗੇ ਚਿਹਰੇ ਖਿੜ ਗਏ ਹਨ। ਹੱਸ ਹੱਸ ਪਰ ਕਰ ਜੋਰੈ ਭਾਉ ਤਰੈ। ਸੋ ਹੱਥ ਜੋੜਦੀਆਂ ਹੱਸ ਹੱਸ ਕੇ ਤੇ ਬਹੁਤਾ ਪ੍ਰੇਮ ਧਾਰਨ ਕਰਦੀਆਂ। ਔਰ ਆਦਿਕ ਪ੍ਰਸੰਨਤਾ ਉਪਾਵੇ ਸਭ ਕਾਮਣੀ। ਸਾਰੀਆਂ ਇਸਤਰੀਆਂ ਜਿਹੜੀਆਂ ਨੇ ਬਹੁਤ ਹੀ ਪ੍ਰਸ਼ੰਸਾ ਧਾਰਨ ਕਰਦੀਆਂ। ਜਿਨ੍ਹਾਂ ਨਹੀਂ ਵੀ ਮੰਗੇ ਸੀ ਪੁੱਤਰ, ਉਹਨਾਂ ਨੂੰ ਵੀ ਮਹਾਰਾਜ ਨੇ ਜਦੋਂ ਬਖਸ਼ ਦਿੱਤੇ ਤੇ ਭਾਵਨਾ ਤੇ ਵਧਣੀ ਸੀ ਨਾ, ਸੋ ਬਹੁਤ ਹੀ ਭਾਵਨਾ ਨੂੰ ਧਾਰਨ ਕਰਦੀਆਂ ਹਨ। ਜਾਣੇ ਲੱਗ ਬੈਸ ਮੈਂ ਪ੍ਰਭਾਉ ਹੈ ਵਿਸ਼ੇਸ਼ ਅਤ। ਕਹਿੰਦੇ ਛੋਟੀ ਆਜੂ ਹੈ ਪਰ ਪ੍ਰਭਾਵ ਬਹੁਤਾ ਵੱਡਾ ਹੈ। ਬਾਰ ਬਾਰ ਬੰਦਨਾ ਕਰਤ ਦੁੱਤ ਦਾਮਣੀ। ਵਾਰ ਵਾਰ ਨਮਸਕਾਰਾਂ ਕਰਦੀਆਂ ਹਨ ਬਹੁਤੀਆਂ। ਅਨੇਕ ਪ੍ਰਕਾਰ ਕੀ ਪ੍ਰਸੰਤਾ ਕੋ ਪ੍ਰਕਾਸ਼ ਕਰ। ਅਨੇਕ ਪ੍ਰਕਾਰ ਦੀ ਵਡਿਆਈ ਕਰਕੇ ਇਸਤਰੀਆਂ ਸਾਰੀਆਂ ਪਰ ਮੁੱਢਾ ਪ੍ਰਮੋਦ ਪਾਏ ਗਵਨੀ ਨਕੇਤ ਕੋ। ਇਸ ਤਰ੍ਹਾਂ ਅਨੇਕ ਪ੍ਰਕਾਰ ਦੀ ਪ੍ਰਸ਼ੰਸਾ ਕਰਕੇ ਤੇ ਬਹੁਤ ਪ੍ਰਸ਼ੰਸਾ ਪਾਉਂਦੀਆਂ ਆਪਣੇ ਘਰਾਂ ਨੂੰ ਚਲੀਆਂ ਗਈਆਂ। ਸਾਗਰੋ ਪ੍ਰਸੰਗ ਕਹੇ ਆਪਣੇ ਪਤਾਰ ਟਗ ਦੀਜੈ। ਸਾਰੇ ਜਿਹੜੇ ਪ੍ਰਸੰਗ ਸੀ ਜਾ ਕੇ ਜੋ ਗੁਰੂ ਗੋਬਿੰਦ ਰਾਏ ਜੀ ਨੇ ਬਚਨ ਕੀਤੇ ਸੀ ਆਪਣੇ ਪਤੀਆਂ ਨੂੰ ਦੱਸਣਾ ਕੀਤੇ ਹਨ। ਜਾਏ ਨੌਕਾ ਕਰ ਪੂਰਨ ਨਕੇ ਸੰਕੇਤ ਕਿਓ। ਤੇ ਆਖਣਾ ਕੀਤਾ ਵੀ ਇਹ ਜਿਹੜੀ ਨੌਕਾ ਬੇੜੀ ਸੁੰਦਰ ਆ ਉਹ ਜਾ ਕੇ ਸਤਿਗੁਰੂ ਮਹਾਰਾਜ ਨੂੰ ਛੇਤੀ ਨਾਲ ਦੇਣਾ ਕਰੋ। ਸੁਣ ਕੇ ਪ੍ਰਸੰਨ ਸਾਹੂ ਕਹੇ ਗੁਰੂ ਧੰਨ ਧੰਨ। ਸੁਣ ਕੇ ਸ਼ਾਹੂਕਾਰ ਬੜਾ ਖੁਸ਼ ਹੋਇਆ ਤੇ ਬਹੁਤ ਵਾਰੀ ਉਹਨੇ ਆਪਣੇ ਮੁਖ ਤੋਂ ਕਿਹਾ ਧੰਨ ਗੁਰੂ ਗੋਬਿੰਦ ਸਿੰਘ ਰਾਏ, ਧੰਨ ਗੁਰੂ ਗੋਬਿੰਦ ਰਾਏ। ਆਇਓ ਉਤਲਾਵਤ ਬਿਲੋਕਿਓ ਸੁਖ ਹੇਤ ਕੋ। ਸੋ ਆਇਓ ਉਤਲਾਵਤ ਛੇਤੀ ਨਾਲ ਆਇਆ, ਆ ਕੇ ਵੇਖਣਾ ਕੀਤਾ ਹੈ, ਸੁਖ ਸਾਹਿਤ ਮਹਾਰਾਜ ਦੇ ਦਰਸ਼ਨ ਕੀਤੇ। ਸੁੰਦਰ ਬਾਰਨ ਕੀ ਹੈ ਕਾਰਨ ਤਾਰਨ ਆਪ ਤਾਰਨੀ ਸੋ ਲਿਓ। ਸੋ ਸੋਹਣੇ ਰੰਗ ਦੀ ਬੇੜੀ ਲਿਆ ਕੇ ਭੇਟਾ ਕੀਤੀ। ਆਖਿਆ ਤੁਸੀਂ ਤਾਂ ਸੰਸਾਰ ਸਮੁੰਦਰ ਤੋਂ ਤਾਰਨ ਵਾਲੇ ਹੋ, ਕਿਰਪਾ ਕਰੋ ਇਹ ਬੇੜੀ ਮੇਰੀ ਭੇਟਾ ਅਰਪਣ ਲਵੋ, ਭੇਟਾ ਲੈ ਲਵੋ। ਦੇਤ ਸਦਾ ਭਾਵ ਸੇਤ ਕੋ। ਸੋ ਦੇਤ ਸਦਾ ਭਾਵ ਸੇਤ ਕੋ। ਬਹੁਤ ਪ੍ਰੇਮ ਨਾਲ ਬੇੜੀ ਭੇਟਾ ਕਰਦਿਆਂ ਆਖਿਆ ਕਿਰਪਾ ਕਰਿਓ ਸੰਸਾਰ ਸਮੁੰਦਰ ਦੇ ਮਾਲਕ, ਮੈਨੂੰ ਵੀ ਸੰਸਾਰ ਸਮੁੰਦਰ ਤੋਂ ਐਸੇ ਬੇੜੀ ਰਾਹੀਂ ਤਾਰ ਦਿਓ। ਦੋਹਰਾ ਨਮੋ ਠਾਨ ਨਮਕਾ ਦਈ ਸਾਹੋ ਗਇਓ ਹਰ ਖਾਏ।
ਸੋ ਮਹਾਰਾਜ ਨੇ ਜਦੋਂ ਬੇੜੀ ਲੈ ਲਈ ਤਾਂ ਬਾਦਸ਼ਾਹ ਜਿਹੜਾ ਸ਼ਾਹੂਕਾਰ ਸੀ ਬੜਾ ਖੁਸ਼ ਹੋ ਕੇ ਗਿਆ। ਸਭੈ ਪਾਏ ਤਿਸ ਕੇ ਸਦਨਾ ਪੁੱਤਰ ਭਏ ਸਮੁਦਾਏ। ਸਮਾਂ ਬੀਤਿਆ ਤਾਂ ਉਹਦੇ ਜਿਹੜੇ ਪੁੱਤਰ ਸੀ ਬਹੁਤ ਪੈਦਾ ਹੋਏ। ਕੈਤਕ ਦਿਵਸ ਬਿਤ ਭਾਂਤ ਬਿਤਾਏ ਚੌਪਈ ਐਮ ਸ੍ਰੀ ਗੁਰ ਕੋ ਸੁਜਸ ਅਪਾਰਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦਾ ਜਿਹੜਾ ਅਜਾਸੀ ਸ੍ਰਿਸ਼ਟ ਕਹਿਤ ਸੁਨਤ ਪਰ ਬਹੁ ਵਿਸਤਾਰਾ। ਕਹਿਆ ਤੇ ਸੁਣਿਆ ਬਹੁਤ ਵਿਸਥਾਰਤ ਹੋਇਆ, ਭਾਵ ਪ੍ਰਗਟ ਹੋਇਆ ਪਟਨੇ ਵਿੱਚ। ਸਿੱਖ ਅਨੇਕ ਹੋਏ ਮਨ ਨੀਵੇ ਬਹੁਤ ਸਾਰੇ ਸਿੱਖ ਮਨ ਵਿੱਚ ਨੀਵੇਂ ਹੋ ਕੇ ਕਰਹਿ ਕਾਮਨਾ ਪੂਰਨ ਥੀਵੇ। ਸਤਿਗੁਰੂ ਜੀ ਨਮਸਕਾਰਾਂ ਕਰਦੇ ਆ, ਮਹਾਰਾਜ ਸਾਰੀਆਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹਨ। ਨਿਤ ਸਤਿਗੁਰ ਸੁਰ ਸਰ ਕੇ ਮਾਈ ਨਿਤਾ ਪ੍ਰਤੀ ਸਤਿਗੁਰੂ